किसान वीरो सत श्री अकाल। मेरा नाम है अर्शदीप सिंह ਅਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਦੀ ਫਾਰਮਿੰਗ ਮਾਸਟਰਸ ਡੱਬ ਵਾਲੀ। ਅੱਜ ਸਾਡੇ ਸ਼ੋਅ ਦਾ ਦੂਸਰਾ ਐਪੀਸੋਡ ਹੈ ਅਤੇ ਆਪਾਂ ਆ ਚੁੱਕੇ ਹਾਂ ਪੰਜਾਬ ਦੀ ਮਲੋਟ ਮੰਡੀ ਦੇ ਨੇੜੇ ਪਿੰਡ ਵਿਰਕ ਖੇੜਾ ਵਿਖੇ। ਇੱਥੇ ਸਾਡੇ ਨਾਲ ਮੌਜੂਦ ਨੇ ਫਾਰਮਿੰਗ ਮਾਸਟਰ ਡਾਕਟਰ ਗਗਨਦੀਪ ਸਿੰਘ ਜੀ। ਡਾਕਟਰ ਗਗਨਦੀਪ ਸਿੰਘ ਜੋ ਕਿ ਸਨ 2008 ਦੇ ਵੇਲੇ ਤੋਂ ਆਈਪੀਐਲ ਬਾਇਓਲੋਜੀਕਲ ਦੇ ਥਰੂ ਕਿਸਾਨਾਂ ਅਤੇ ਕਿਸਾਨੀ ਦੀ ਸੇਵਾ ਕਰ ਰਹੇ ਨੇ। ਕੋਈ ਵੀ ਬਾਇਓਲੋਜੀਕਲ ਪ੍ਰੋਡਕਟ ਹੋਵੇ ਜਾਂ ਖੇਤੀ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਮਿੱਟੀ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਡਾਕਟਰ ਗਗਨਦੀਪ ਜੀ ਤੁਹਾਡੇ ਲਈ ਹਮੇਸ਼ਾ ਮੌਜੂਦ ਰਹਿੰਦੇ ਨੇ। ਸਮਾਂ ਨਾ ਜ਼ਾਇਆ ਕਰਦੇ ਹੋਏ ਆਪਾਂ ਮਿਲਦੇ ਹਾਂ ਡਾਕਟਰ ਗਗਨਦੀਪ ਸਿੰਘ ਜੀ ਨੂੰ। ਡਾਕਟਰ ਗਗਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਸਾਡੇ ਸ਼ੋਅ ਦੀ ਫਾਰਮਿੰਗ ਮਾਸਟਰਸ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਆਪਣੇ ਸ਼ੋਅ ਵਿੱਚ ਦਰਸ਼ਕਾਂ ਦੇ ਰੂਬਰੂ ਹੋਣ ਦਾ। ਸਰ, ਸਮਾਂ ਨਾ ਜ਼ਾਇਆ ਕਰਦੇ ਹੋਏ ਮੁੱਦੇ ਦੀ ਗੱਲ ਜਿਸ ਤੇ ਆਪਾਂ ਮੀਟਿੰਗ ਕਰ ਰਹੇ ਹਾਂ ਉਹ ਇਹ ਹੈ ਕਿ ਜ਼ਮੀਨ ਦੇ ਵਿੱਚ ਆਪਾਂ ਫਸਲ ਉਗਾਉਣ ਤੋਂ ਪਹਿਲਾਂ ਬਹੁਤ ਸਾਰੀਆਂ ਤਿਆਰੀਆਂ ਕਰਦੇ ਹਾਂ। ਉਹਨਾਂ ਤਿਆਰੀਆਂ ਵਿੱਚ ਇੱਕ ਹੁੰਦਾ ਹੈ ਸੋਇਲ ਜਾਂ ਜ਼ਮੀਨ ਦੀ ਜਾਂਚ ਕਰਨਾ। ਜਿਹੜੀ ਸੋਇਲ ਟੈਸਟਿੰਗ ਹੈ ਕੀ ਚੀਜ਼ ਹੈ, ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਰ। ਸੋਇਲ ਟੈਸਟਿੰਗ ਜਿਹਨੂੰ ਆਪਾਂ ਮਿੱਟੀ ਪਰਖ ਕਹਿੰਦੇ ਆ, ਜਿਹੜੀ ਅੱਜ ਦੀ ਆਧੁਨਿਕ ਖੇਤੀਬਾੜੀ ਹੈ ਉਸ ਦੇ ਵਿੱਚ ਇਹ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਬੇਸਿਕਲੀ ਸੋਇਲ ਟੈਸਟਿੰਗ ਹੈ ਕੀ, ਮਿੱਟੀ ਜ਼ਮੀਨ ਦੇ ਆਪਣਾ ਜਿਹੜਾ ਟੁਕੜਾ ਹੈ ਖੇਤ ਦੇ ਵਿੱਚ ਜਿੱਥੇ ਆਪਾਂ ਫਸਲ ਕੋਈ ਵੀ ਤਿਆਰ ਕਰਨੀ ਹੈ ਉੱਥੋਂ ਅਸੀਂ ਜ਼ਮੀਨ ਦਾ ਇੱਕ ਸੈਂਪਲ ਲੈ ਕੇ ਉਸ ਨੂੰ ਲੈਬ ਦੇ ਵਿੱਚ ਟੈਸਟ ਲਈ ਭੇਜਿਆ ਜਾਂਦਾ ਹੈ ਤੇ ਸਾਨੂੰ ਜਿਹੜੇ ਲੈਬ ਹੈ ਉਹ ਇੱਕ ਰਿਪੋਰਟ ਦਿੰਦੀ ਹੈ ਕਿ ਤੁਹਾਡੇ ਖੇਤ ਦੀ ਜਿਹੜੀ ਮਿੱਟੀ ਹੈ ਇਸ ਦੇ ਵਿੱਚ ਇਸ ਤਰ੍ਹਾਂ ਦੇ ਨਿਊਟ੍ਰੀਐਂਟ ਮੌਜੂਦ ਹਨ, ਮਿੱਟੀ ਦੀ ਬਣਤਰ ਕੀ ਹੈ, ਜ਼ਮੀਨ ਦਾ ਪੀਐਚ ਕੀ ਹੈ, ਜ਼ਮੀਨ ਦਾ ਈਸੀ ਕੀ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਪਰਖ ਤੋਂ ਬਾਅਦ ਸਾਨੂੰ ਰਿਪੋਰਟ ਦਿੰਦੇ ਆ, ਇਸ ਨੂੰ ਮਿੱਟੀ ਦੀ ਪਰਖ ਕਿਹਾ ਜਾਂਦਾ ਹੈ। ਡਾਕਟਰ ਸਾਹਿਬ, ਪਰਖ ਹੋ ਜਾਂਦੀ ਹੈ, ਇਸ ਦਾ ਜ਼ਰੂਰਤ ਕੀ ਹੈ? ਕਿਉਂ ਫਾਰਮਰ ਨੂੰ ਜ਼ਰੂਰਤ ਪੈਂਦੀ ਹੈ ਕਿ ਮਿੱਟੀ ਦੀ ਜਾਂਚ ਕੀਤੀ ਜਾਵੇ? ਬਹੁਤ ਸਾਰੇ ਫਾਰਮਰਸ ਹੈ ਜੋ ਕਿ ਲੰਬੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਹੈ ਪਰ ਉਹਨਾਂ ਨੇ ਕਦੇ ਜ਼ਮੀਨ ਦੀ ਜਾਂਚ ਨਹੀਂ ਕਰਵਾਈ। ਕਿਉਂ ਜ਼ਰੂਰੀ ਹੈ ਜ਼ਮੀਨ ਦੀ ਜਾਂਚ ਕਰਵਾਉਣਾ ਜਾਂ ਸੋਇਲ ਟੈਸਟਿੰਗ ਕਰਵਾਉਣਾ? ਜਿਵੇਂ ਕਿ ਤੁਸੀਂ ਜਾਣਦੇ ਹੋ ਅਰਸ਼ਦੀਪ ਜੀ, ਪਿਛਲੇ ਸਮੇਂ ਤੋਂ ਬਹੁਤ ਸਾਰੇ ਖੇਤੀ ਦੇ ਵਿੱਚ ਬਦਲਾਅ ਆਏ ਹੈ ਤੇ ਜਿਹੜੀ ਅੱਜ ਦੀ ਖੇਤੀ ਹੈ ਇਹ ਪਹਿਲਾਂ ਵਰਗੀ ਨਹੀਂ ਰਹੀ। ਇਹਦੇ ਵਿੱਚ ਬਹੁਤ ਸਾਰੇ ਖੇਤੀ ਦੇ ਵਿੱਚ ਇਨਪੁਟ ਐਡ ਹੋ ਗਏ ਆ, ਬਹੁਤ ਸਾਰੇ ਸਾਨੂੰ ਫਰਟੀਲਾਈਜ਼ਰ ਦੇਣੇ ਹੁੰਦੇ ਆ ਅਤੇ ਵੱਖ-ਵੱਖ ਤਰ੍ਹਾਂ ਦੇ ਅਸੀਂ ਬੀਜਾਂ ਦੀ ਚੋਣ ਕਰਨੀ ਹੁੰਦੀ ਹੈ। ਜੇਕਰ ਸਾਡੇ ਕੋਲੇ ਸਾਡੀ ਭੂਮੀ ਦੀ, ਸਾਡੀ ਜ਼ਮੀਨ ਦੀ ਪ੍ਰੋਪਰ ਜਾਣਕਾਰੀ ਨਹੀਂ ਹੈ ਤਾਂ ਅਸੀਂ ਉਸ ਦੇ ਉੱਪਰ ਵਧੀਆ ਫਸਲ ਨਹੀਂ ਕਰ ਸਕਾਂਗੇ। ਜਿਹੜੀ ਮਿੱਟੀ ਦੀ ਪਰਖ ਹੈ ਇਹ ਸਾਡੀ ਜਿਹੜੀ ਖੇਤ ਦੇ ਵਿੱਚ ਅਸੀਂ ਫਸਲ ਉਗਾਉਣੀ ਹੈ ਉਸ ਦੇ ਪ੍ਰਤੀ ਇੱਕ ਕਿਸਾਨ ਦੀ ਜਿਹੜੀ ਸਟ੍ਰੈਟਜੀ ਹੈ ਕਿ ਇਸ ਨੂੰ ਅਸੀਂ ਕਿੰਨੀ ਯੂਰੀਆ ਦੇਵਾਂਗੇ, ਕਿੰਨੀ ਡੀਏਪੀ ਦੇਵਾਂਗੇ, ਕਿਸ ਟਾਈਮ ਤੇ ਦੇਵਾਂਗੇ ਜਾਂ ਇਸ ਨੂੰ ਹੋਰ ਜਿਹੜੇ ਨਿਊਟ੍ਰੀਐਂਟਾਂ ਦੀ ਲੋੜ ਪੈਣੀ ਹੈ, ਉਹ ਸਾਰਾ ਕੁਝ ਸਾਡਾ ਜਿਹੜਾ ਜ਼ਮੀਨ ਦੀ ਪਰਖ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ। ਇਸ ਕਰਕੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਦੂਸਰੀ ਇੱਕ ਹੋਰ ਅਹਿਮ ਗੱਲ ਕਿ ਜੇਕਰ ਸਾਨੂੰ ਪਤਾ ਹੋਵੇ ਕਿ ਸਾਡੇ ਜ਼ਮੀਨ ਦੇ ਵਿੱਚ ਕਿੰਨੇ ਕੁ ਨਿਊਟ੍ਰੀਐਂਟ ਹੈ ਤੇ ਉਹਨਾਂ ਨੂੰ ਹੋਰ ਕਿੰਨੇ ਕੁ ਦੇਣ ਦੀ ਲੋੜ ਹੈ ਤਾਂ ਅਸੀਂ ਫालतू ਖਰਚਿਆਂ ਤੋਂ ਬਚਾਂਗੇ ਅਤੇ ਨਾਲ ਹੀ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਮਿੱਟੀ ਦਾ ਜਿਹੜਾ ਸਾਡੀ ਜ਼ਮੀਨ ਦਾ ਸੁਧਾਰ ਹੈ ਉਸ ਨੂੰ ਵੀ ਕਰ ਸਕਾਂਗੇ। ਤਾਂ ਡਾਕਟਰ ਸਾਹਿਬ, ਕੀ ਜਿਹੜੀ ਜਾਂਚ ਕਰਵਾਉਣੇ ਹੈ ਉਹਦੇ ਵਿੱਚ ਸਿਰਫ ਨਿਊਟ੍ਰੀਐਂਟਸ ਦੇ ਬਾਰੇ ਜਾਣਕਾਰੀ ਮਿਲਦੀ ਹੈ ਜਾਂ ਜ਼ਮੀਨ ਦੇ ਹੋਰ ਵੀ ਕਈ ਪੱਖ ਹੈ ਜਿਨ੍ਹਾਂ ਬਾਰੇ ਜ਼ਿਮੀਂਦਾਰ ਨੂੰ ਜਾਣਕਾਰੀ ਨਹੀਂ ਹੁੰਦੀ, ਉਹਨਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ? ਬੇਸਿਕਲੀ ਅਰਸ਼ਦੀਪ ਜੀ, ਜਦੋਂ ਅਸੀਂ ਜ਼ਮੀਨ ਦੀ ਟੈਸਟ ਕਰਵਾਉਣਾ ਹੈ, ਮਿੱਟੀ ਟੈਸਟ ਕਰਵਾਉਣਾ ਹੈ ਤਾਂ ਜਿਹੜੀ ਉਹਦੀ ਰਿਪੋਰਟ ਹੈ ਉਹ ਸਾਨੂੰ ਕਈ ਤਰ੍ਹਾਂ ਦੇ ਇੱਕ ਵਿਸਤ੍ਰਿਤ ਜਾਣਕਾਰੀ ਦਿੰਦੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਸ ਦੇ ਵਿੱਚ ਕਿਹੜੇ ਨਿਊਟ੍ਰੀਐਂਟ ਕਿੰਨੀ ਕੁ ਮਾਤਰਾ ਦੇ ਵਿੱਚ ਮੌਜੂਦ ਹੈ। ਆਮ ਤੌਰ ਤੇ ਕੀ ਹੈ ਕਿ ਅਸੀਂ ਮੰਨਦੇ ਹਾਂ ਭਾਵੇਂ ਉਹ ਕੋਈ ਵੀ ਪਿੰਡ ਹੋਵੇ, ਬੇਸ਼ੱਕ ਉਹ ABC ਪਿੰਡ ਹੈ ਜਾਂ CDX ਪਿੰਡ ਹੈ, ਸਾਰੇ ਥਾਵਾਂ ਤੇ ਇੱਕੋ ਹੀ ਪ੍ਰਚਲਿਤ ਰੁਝਾਨ ਹੈ ਜਿੱਦਾਂ 2 ਗੱਟੇ ਯੂਰੀਆ ਪਾਉਣੇ ਆ ਜਾਂ 2.5 ਗੱਟੇ ਯੂਰੀਆ ਦੇ ਪਾਉਣੇ ਆ ਜੀ, 1 ਗੱਟਾ DAP ਦਾ ਪਾਉਣਾ ਹੈ। ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਹਰ ਜ਼ਮੀਨ ਦਾ ਇੱਕ ਅਲੱਗ-ਅਲੱਗ ਡਿਮਾਂਡ ਹੁੰਦੀ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਨਿਊਟ੍ਰੀਐਂਟ ਕਿੰਨੇ ਕੁ ਚਾਹੀਦੇ ਹੈ। ਉਹ ਨਿਰਧਾਰਿਤ ਕਰਦਾ ਹੈ, ਸਾਨੂੰ ਪਤਾ ਲੱਗਦਾ ਹੈ ਕਿ ਕਿੰਨੇ ਕੁ ਚਾਹੀਦੇ ਹੈ। ਜਿਹੜਾ ਸਾਡੀ ਜ਼ਮੀਨ ਦਾ ਪੀਐਚ ਹੈ, ਇਹ ਜਿਹੜੀ ਮਿੱਟੀ ਦੀ ਰਿਪੋਰਟ ਹੈ ਇਸ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਅਹਿਮ ਫੈਕਟਰ ਪਤਾ ਲੱਗਦਾ ਹੈ ਉਹ ਹੈ ਜ਼ਮੀਨ ਦਾ ਪੀਐਚ। ਜ਼ਮੀਨ ਦਾ ਜਿਹੜਾ ਪੀਐਚ ਹੈ ਉਸ ਤੋਂ ਸਾਨੂੰ ਇਹ ਚੀਜ਼ ਦਾ ਹੌਲੀ-ਹੌਲੀ ਗਿਆਨ ਹੋਣਾ ਸ਼ੁਰੂ ਹੁੰਦਾ ਹੈ ਕਿ ਅਸੀਂ ਖੇਤ ਦੇ ਵਿੱਚ ਜਿਹੜੇ ਇਨਪੁਟ ਦੇਣੇ ਆ, ਜਿਹੜੀਆਂ ਖਾਦਾਂ ਪਾਉਣੀਆਂ ਉਹ ਕਿੰਨੀਆਂ ਕੁ ਪਾਉਣੀਆਂ ਤੇ ਅਸੀਂ ਜਿੰਨੀਆਂ ਪਾਵਾਂਗੇ ਉਹ ਸਾਡੇ ਬੂਟੇ ਨੂੰ ਕਿੰਨੀਆਂ ਕੁ ਮਿਲਣਗੀਆਂ। ਯਾਨੀ ਕਿ ਜਦੋਂ ਅਸੀਂ ਟੈਸਟ ਕਰਵਾਵਾਂਗੇ ਸਾਨੂੰ ਪਤਾ ਲੱਗੂਗਾ ਸਾਡੀ ਜ਼ਮੀਨ 'ਚ ਤੱਤ ਕਿਹੜੇ-ਕਿਹੜੇ ਹੈ। ਦੂਸਰਾ, ਸਾਨੂੰ ਇਹ ਪਤਾ ਲੱਗੂਗਾ ਕਿ ਜਿਹੜੇ ਤੱਤ ਅਸੀਂ ਪਾ ਰਹੇ ਹਾਂ, ਤੁਸੀਂ DAP ਪਾ ਰਹੇ ਹੋ, ਤੁਸੀਂ ਜ਼ਿੰਕ ਪਾ ਰਹੇ ਹੋ, ਤੁਸੀਂ ਪੋਟਾਸ਼ ਪਾ ਰਹੇ ਹੋ ਜਾਂ ਕੁਝ ਵੀ ਹੋਰ, ਉਹ ਸਾਡੇ ਬੂਟਿਆਂ ਨੂੰ ਕਿੰਨੇ ਮਿਲਣਗੇ ਉਹ ਸਾਨੂੰ ਪੀਐਚ ਰਾਹੀਂ ਪਤਾ ਲੱਗੂਗਾ। ਤੀਸਰਾ, ਜਿਹੜਾ ਸਾਡੀ ਜ਼ਮੀਨ ਹੈ ਉਸ ਦੇ ਵਿੱਚ ਲੂਣ ਮੌਜੂਦ ਹੈ, ਕੈਲਸ਼ੀਅਮ ਕਾਰਬੋਨੇਟ ਹੈ ਜਾਂ ਕਿਸੇ ਵੀ ਸੋਡੀਅਮ ਦੇ ਫਾਰਮ ਹੋਣਗੇ, ਉਹ ਲੂਣ ਤੁਹਾਡੀਆਂ ਜਿਹੜੀਆਂ ਜੜ੍ਹਾਂ ਉਹਨਾਂ ਦੇ ਉੱਤੇ ਬੁਰਾ ਪ੍ਰਭਾਵ ਕਿੰਨਾ ਕੁ ਛੱਡ ਰਹੇ ਆ ਉਹ EC ਤੋਂ ਪਤਾ ਲੱਗੂਗਾ। ਜੇਕਰ EC ਜ਼ਿਆਦਾ ਹੈ ਤਾਂ ਉਹ ਜ਼ਿਆਦਾ ਪ੍ਰਭਾਵ ਛੱਡਣਗੇ, ਜੇਕਰ ਥੋੜਾ ਹੈ ਤਾਂ ਘੱਟ ਛੱਡਣਗੇ। ਸੋ ਸਾਨੂੰ ਸਾਡੀ ਜ਼ਮੀਨ ਦੀ ਇੱਕ ਵਿਸਤ੍ਰਿਤ ਜਾਣਕਾਰੀ ਮਿਲਦੀ ਹੈ ਜਿਹਦੇ ਰਾਹੀਂ ਅਸੀਂ ਆਉਣ ਵਾਲੀ ਜਿਹੜੀ ਤੁਹਾਡੀ ਫਸਲ ਹੈ ਉਸ ਦੇ ਜਿਹੜੀ ਉਹਦੀ ਪੂਰੀ ਸਟ੍ਰੈਟਜੀ ਉਹ ਪਲਾਨ ਕਰ ਸਕਦੇ ਹਾਂ। ਤਾਂ ਡਾਕਟਰ ਸਾਹਿਬ, ਆਪ ਜੀ ਦੇ ਕਹਿਣ ਦਾ ਮਤਲਬ ਹੈ ਕਿ ਇੱਕ ਤਾਂ ਇਹ ਪਤਾ ਲੱਗੇਗਾ ਕਿ ਜ਼ਮੀਨ ਦੇ ਵਿੱਚ ਕਿੰਨੇ ਤੱਤ ਮੌਜੂਦ ਹੈ ਤੇ ਕਿੰਨੀ ਮਾਤਰਾ ਵਿੱਚ ਮੌਜੂਦ ਹੈ।
ਦੂਸਰਾ ਜਿਹੜਾ ਹੈ ਸੋਇਲ ਪੀਐਚ ਹੈ, ਜਿਹੜਾ ਜ਼ਮੀਨ ਦਾ ਪੀਐਚ ਹੈ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ। ਤੀਸਰੀ ਜਿਹੜੀ ਤੁਸੀਂ ਦੱਸੀ ਚਾਲਕਤਾ ਹੈ, ਜੋ ਕਿ ਈਸੀ ਇਲੈਕਟ੍ਰੀਕਲ ਕੰਡਕਟਿਵਿਟੀ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਬਾਰੇ ਪਤਾ ਲੱਗਦਾ ਹੈ। ਸਭ ਤੋਂ ਪਹਿਲਾਂ ਇਹ ਦੱਸੋ ਕਿ ਸੋਇਲ ਪੀਐਚ ਹੈ, ਇਹਦਾ ਮਤਲਬ ਕੀ ਹੁੰਦਾ ਤੇ ਇਹਦੀ ਕੀ ਮਹੱਤਤਾ ਹੈ, ਜੇ ਆਪਾਂ ਇਹਨੂੰ ਸੰਖੇਪ ਵਿੱਚ ਪਤਾ ਕਰਨਾ ਚਾਹੀਏ। ਹਾਂਜੀ, ਇਹ ਜਿਹੜਾ ਸੋਇਲ ਦਾ ਪੀਐਚ ਹੈ, ਬੇਸਿਕਲੀ ਜ਼ਮੀਨ ਦਾ ਤੇਜ਼ਾਬੀ ਪੰਚ ਹੋਣਾ ਜਾਂ ਲੂਣਾ ਪੰਚ ਹੋਣਾ, ਇਸ ਨੂੰ ਚੈੱਕ ਕਰਨ ਦੇ ਲਈ ਇੱਕ ਸਾਇੰਟੀਫਿਕ ਵੇ ਹੈ। ਜਿਹੜੀ ਤੁਹਾਡੀ ਮਿੱਟੀ ਹੈ ਉਸ ਦੇ ਕਣਾਂ ਨੂੰ, ਉਸ ਦਾ ਜਿਹੜਾ ਪੋਟੈਂਸ਼ੀਅਲ ਆ ਉਸ ਨੂੰ ਹਾਈਡਰੋਜਨ ਆਇਨ ਤੇ ਚੈੱਕ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਜੇਕਰ ਤੁਹਾਡਾ ਪੀਐਚ ਹਾਈ ਹੈ ਤਾਂ ਇਹਦਾ ਮਤਲਬ ਤੁਹਾਡੇ ਜ਼ਮੀਨਾਂ ਦੇ ਵਿੱਚ ਜਿਹੜੇ ਲੂਣ ਹੈ ਉਹਨਾਂ ਦੀ ਮਾਤਰਾ ਜ਼ਿਆਦਾ ਹੈ। ਜੇਕਰ ਕਿਸੇ ਕਾਰਨ ਕਰਕੇ ਤੁਹਾਡੇ ਜ਼ਮੀਨ ਦੇ ਵਿੱਚ ਤੇਜ਼ਾਬੀ ਮਾਦਾ ਜ਼ਿਆਦਾ ਸ਼ੋ ਹੁੰਦਾ ਹੈ, ਮਤਲਬ ਤੁਹਾਡਾ ਪੀਐਚ 6 ਤੋਂ ਥੱਲੇ ਵੱਲ ਚਲਾ ਜਾਂਦਾ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਦੇ ਵਿੱਚ ਤੇਜ਼ਾਬੀ ਪਣ ਜਿਹੜਾ ਉਹ ਜ਼ਮੀਨ ਦੇ ਵਿੱਚ ਜ਼ਿਆਦਾ ਹੈ। ਮੋਸਟਲੀ ਹੈ ਜਿਹੜਾ ਕਿ ਤੁਹਾਡੀ ਜ਼ਮੀਨ ਹੈ ਇਸ ਨੂੰ ਨਿਊਟਰਲ ਹੋਣਾ ਚਾਹੀਦਾ ਹੈ, ਮਤਲਬ 6.5 ਤੋਂ 7 ਪੀਐਚ ਹੈ, ਤਾਂ ਤੁਸੀਂ ਇਹ ਮੰਨੋ ਕਿ ਤੁਸੀਂ ਬਹੁਤ ਹੀ ਸ਼ਾਨਦਾਰ ਜ਼ਮੀਨ ਦੇ ਮਾਲਕ ਹੋ। ਪਰ ਜੇਕਰ ਇਹ ਪੀਐਚ ਹਾਈ ਹੁੰਦਾ ਜਾਂਦਾ ਹੈ ਤਾਂ ਤੁਸੀਂ ਮੰਨੋ ਕਿ ਤੁਹਾਡੀ ਜ਼ਮੀਨ ਦੇ ਵਿੱਚ ਹੌਲੀ ਹੌਲੀ, ਜਿਹਨੂੰ ਸ਼ੋਰਾ ਕਹਿ ਦਿੰਦੇ ਆਮ ਭਾਸ਼ਾ 'ਚ, ਸ਼ੋਰਾ ਵਧਣਾ ਸ਼ੁਰੂ ਹੋ ਗਿਆ ਹੈ। ਤਾਂ ਜਿਵੇਂ ਜਿਵੇਂ ਉਹ ਵੱਧਦਾ ਜਾਂਦਾ ਹੈ ਉਵੇਂ ਉਵੇਂ ਜਿੰਨੇ ਵੀ ਤੁਸੀਂ ਖੇਤ ਦੇ ਵਿੱਚ ਨਿਊਟ੍ਰੀਐਂਟ ਪਾਉਣੇ ਹੋ ਜਾਂ ਜਿੰਨੇ ਵੀ ਪਹਿਲਾਂ ਅਵੇਲੇਬਲ ਹੈ ਉਹ ਤੁਹਾਡੇ ਪੌਦਿਆਂ ਨੂੰ ਘੱਟ ਤੋਂ ਘੱਟ ਮਿਲਣੇ ਸ਼ੁਰੂ ਹੋ ਜਾਂਦੇ ਆ। ਡਾਕਟਰ ਸਾਹਿਬ, ਤੁਸੀਂ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੇ ਨਾਲ ਪ੍ਰੈਕਟਿਸ ਚੋਂ, ਖੁਦ ਵੀ ਖੇਤੀਬਾੜੀ ਪਰਿਵਾਰ ਚੋਂ ਹੋ। ਪਿਛਲੇ ਸਮੇਂ ਦੇ ਵਿੱਚ ਤੁਸੀਂ ਕੀ ਆਬਜ਼ਰਵ ਕੀਤਾ ਕਿ ਜ਼ਮੀਨ ਦਾ ਜਿਹੜਾ ਪੀਐਚ ਲੈਵਲ ਹੈ ਉਹ ਕਿਸ ਤਰੀਕੇ ਨਾਲ ਆ ਰਿਹਾ ਹੈ, ਜਾਂ ਫਿਰ ਆਪਾਂ ਕਹੀਏ ਕਿ ਜਿਹੜੀ ਮਾਲਵਾ ਬੈਲਟ ਹੈ ਜਿਸ ਦੇ ਵਿੱਚ ਆਪਾਂ ਝੋਨੇ ਦੀ ਖੇਤੀ ਵੀ ਕਰ ਰਹੇ ਹਾਂ, ਨਰਮੇ ਦੀ ਕਰ ਰਹੇ ਹਾਂ, ਜਾਂ ਫਿਰ ਹੋਰ ਵੀ ਕਈ ਫਸਲਾਂ ਲੈ ਰਹੇ ਹਾਂ, ਉਹਨਾਂ ਵਾਸਤੇ ਕੀ ਪੀਐਚ ਹੋਣਾ ਚਾਹੀਦਾ ਹੈ ਤੇ ਪਿਛਲੇ ਸਮੇਂ ਵਿੱਚ ਕੀ ਪੀਐਚ ਆਪਾਂ ਨੂੰ ਮਿਲ ਰਿਹਾ ਹੈ? ਅਸਲ ਦੇ ਵਿੱਚ ਅਰਸ਼ਦੀਪ ਜੀ ਇਸ ਤਰ੍ਹਾਂ ਹੈ ਕਿ ਜੇਕਰ ਆਪਾਂ ਇਹ ਪੂਰੇ ਖੇਤਰ ਦੀ ਮੋਟੀ ਜੇਕਰ ਆਪਾਂ ਫਿਗਰ ਲੈਣੀ ਹੋਵੇ ਤਾਂ ਜਿਹੜੀ ਮਾਲਵਾ ਬੈਲਟ ਹੈ, ਖਾਸ ਕਰਕੇ ਲੋਅਰ ਮਾਲਵਾ ਬੈਲਟ ਹੈ ਜਿਹੜੀ, ਇਸ ਦੇ ਵਿੱਚ ਪੀਐਚ ਨਾਰਮਲ 8.5 ਤੋਂ ਉੱਪਰ ਮੋਸਟਲੀ ਸਾਨੂੰ ਮਿਲਦਾ ਹੈ। 8.5 8.7 ਜਿੰਨੀਆਂ ਵੀ ਰਿਪੋਰਟਾਂ ਆਉਣਗੀਆਂ ਤੁਹਾਡੇ ਕੋਲੇ 8.75 ਜਾਂ ਮਤਲਬ ਇਸ ਤਰ੍ਹਾਂ ਦੀਆਂ 8.9 ਦੇ ਆਸ-ਪਾਸ ਵਾਲੀਆਂ, ਮਤਲਬ ਹਾਈ ਪੀਐਚ ਹੈ ਜਿੰਨਾ, ਉਹ ਤੁਹਾਨੂੰ ਇਸ ਖੇਤਰ ਦੇ ਵਿੱਚ ਮਿਲਦਾ ਹੈ। ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਕਟਰ ਜਿਹੜਾ ਇਹਨਾਂ ਜ਼ਮੀਨਾਂ ਦੇ ਵਿੱਚ ਮਿਲਦਾ ਹੈ ਉਹ ਇਹ ਹੈ ਕਿ ਇਹਨਾਂ ਜ਼ਮੀਨਾਂ ਦੇ ਵਿੱਚ ਜਿਹੜੀ ਸਲਫਰ ਹੈ, ਸਲਫਰ ਦਾ ਕੰਟੈਂਟ ਜਿਹੜੀ ਰਿਕੁਆਇਰਡ ਮਾਤਰਾ ਹੈ ਉਸ ਤੋਂ ਕਈ ਵਾਰੀ 10 ਗੁਣਾ ਜ਼ਿਆਦਾ, ਕਈ ਵਾਰੀ 20 ਗੁਣਾ ਜ਼ਿਆਦਾ, 5-6 ਗੁਣਾ ਤਾਂ ਆਮ ਹਰ ਥਾਂ ਤੇ ਮਿਲਦਾ ਹੈ। ਯਾਨੀ ਕਿ ਸਲਫਰ ਦਾ ਕੰਟੈਂਟ ਵੀ ਮੋਸਟਲੀ ਸਾਡੇ ਕੋਲ ਜਿੰਨੀਆਂ ਰਿਪੋਰਟਾਂ ਆਉਂਦੀਆਂ ਉਹਨਾਂ ਦੇ ਵਿੱਚ ਲੋੜ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਪੋਟਾਸ਼ ਦੀ ਕਮੀ ਵੀ ਸਾਡੀਆਂ ਜ਼ਮੀਨਾਂ ਦੇ ਵਿੱਚ ਕਿਸੇ ਰਿਪੋਰਟ ਦੇ ਵਿੱਚ ਸ਼ੋ ਨਹੀਂ ਕੀਤੀ, ਉਹ ਵੀ ਜਿੰਨੀ ਲੋੜ ਹੈ ਉਸ ਤੋਂ ਡਬਲ ਜਾਂ ਉਸ ਤੋਂ 1.5 ਗੁਣਾ ਦੇ ਆਸ-ਪਾਸ ਸਾਡੀਆਂ ਜ਼ਮੀਨਾਂ ਦੇ ਵਿੱਚ ਮੌਜੂਦ ਰਹਿੰਦੀ ਹੈ। ਜਿਹੜਾ ਸਭ ਤੋਂ ਮਾੜਾ ਪੱਖ ਹੈ ਸਾਡੀ ਇਸ ਮਾਲਵਾ ਬੈਲਟ ਦਾ, ਚਾਹੇ ਇਸ ਦੇ ਪਿੱਛੇ ਕਾਰਨ ਆਪਾਂ ਇਹ ਮੰਨੀਏ ਕਿ ਸਾਡੀਆਂ ਜ਼ਮੀਨਾਂ ਹੇਠਲਾ ਜਿਹੜਾ ਪਾਣੀ ਹੈ ਉਹ ਲੂਣੇਪਣ ਵਾਲਾ ਹੈ, ਜਾਂ ਆਪਾਂ ਇਹ ਮੰਨੀਏ ਕਿ ਅਸੀਂ ਖਾਦਾਂ ਦੀ ਬੇਲੋੜਾ ਵਰਤੋਂ ਕੀਤੀ ਹੈ, ਜਾਂ ਆਪਾਂ ਇਹ ਵੀ ਮੰਨ ਸਕਦੇ ਹਾਂ ਕਿ ਸਾਡੇ ਕਿਸੇ ਟਾਈਮ ਦੇ ਵਿੱਚ ਜਿਹਨੂੰ ਆਪਾਂ ਸੇਮ ਵਾਲਾ ਵਾਟਰ ਲੌਗਿੰਗ ਏਰੀਆ ਹੋਣ ਕਰਕੇ ਜ਼ਮੀਨ ਹੇਠਲੇ ਜਿਹੜੇ ਲੂਣ ਹੈ ਉਹ ਪਾਣੀ ਨਾਲ ਘੁਲ ਕੇ ਉੱਪਰਲੀ ਸਤਹ ਦੇ ਉੱਤੇ ਆਏ ਹੋਏ ਹੈ। ਉਸ ਕਰਕੇ ਪੀਐਚ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਇਸੇ ਏਰੀਏ ਦੇ ਵਿੱਚ, ਅਗਰ ਪੰਜਾਬ, ਹਰਿਆਣਾ, ਰਾਜਸਥਾਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਹਾਈ ਪੀਐਚ ਵਾਲੇ ਏਰੀਏ 'ਚ ਅਸੀਂ ਬੈਠੇ ਹੋਏ ਹਾਂ। ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਮੰਡੀ ਡੱਬਵਾਲੀ ਤੋਂ ਬਿਲੋਂਗ ਕਰਦੇ ਹਾਂ, ਡੱਬਵਾਲੀ ਪੰਜਾਬ, ਹਰਿਆਣਾ, ਰਾਜਸਥਾਨ ਤਿੰਨਾਂ ਦੀ ਬਾਉਂਡਰੀ ਉੱਤੇ ਪੈਂਦਾ ਹੈ। ਵੱਖ-ਵੱਖ ਤਰੀਕੇ ਦੀਆਂ ਜ਼ਮੀਨਾਂ ਹੈ, ਵੱਖ-ਵੱਖ ਉਹਨਾਂ ਦੇ ਪਾਣੀ ਦੀ ਸਿਚੁਏਸ਼ਨ ਹੈ, ਕਈਆਂ ਦੇ ਪਾਣੀ ਚੰਗੇ ਹੈ, ਕਈਆਂ ਦੇ ਮਾੜੇ ਹੈ, ਜਾਂ ਫਿਰ ਕਈਆਂ ਕੋਲ ਨਹਿਰੀ ਪਾਣੀ ਬਹੁਤ ਹੈ। ਤੁਸੀਂ ਦੱਸਿਆ ਕਿ ਇਸ ਦੇ ਨਾਲ ਰਿਲੇਟਡ ਹੁੰਦਾ ਹੈ ਸੋਇਲ ਪੀਐਚ। ਦੂਸਰੀ ਜਿਹੜੀ ਤੁਸੀਂ ਮੇਨ ਗੱਲ ਦੱਸੀ ਕਿ ਪੋਟਾਸ਼ ਦੀ ਮਾਤਰਾ ਦੀ ਕਮੀ ਨਹੀਂ ਆ ਰਹੀ ਹੈ ਜਾਂ ਫਿਰ ਸਲਫਰ ਵੱਧ ਹੈ, ਇਹਨਾਂ ਦੋਵਾਂ ਨੂੰ ਛੱਡ ਕੇ ਹੋਰ ਵੀ ਕੋਈ ਨਿਊਟ੍ਰੀਐਂਟ ਹੈ ਜੋ ਕਿ ਉੱਪਰ ਜਾਂ ਨੀਚੇ ਆ ਰਿਹਾ ਹੈ, ਜਾਂ ਸਿਰਫ ਇਹੀ ਦੋ ਤੱਤ ਹੈ ਜੀ? ਜਿਹੜਾ ਮੁੱਖ ਤੌਰ ਤੇ ਹੈ ਕਿ ਜਿਹੜਾ ਉੱਪਰ ਆ ਰਹੇ ਤੱਤਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਮੁੱਖ ਤੌਰ ਤੇ ਇਹੀ ਦੋ ਹੈ ਜਿਹੜੇ ਲੋੜ ਤੋਂ ਜ਼ਿਆਦਾ ਆ ਰਹੇ ਆ, ਸਲਫਰ ਹੈ ਜਾਂ ਪੋਟਾਸ਼ ਹੈ। ਜੇਕਰ ਆਪਾਂ ਘੱਟ ਦੀ ਗੱਲ ਕਰੀਏ, ਜ਼ਿੰਕ ਸਾਡੇ ਏਰੀਏ 'ਚ ਬਹੁਤ ਘੱਟ ਹੈ, ਆਇਰਨ ਬਹੁਤ ਘੱਟ ਪਾਇਆ ਜਾ ਰਿਹਾ ਹੈ, ਮਤਲਬ ਜੇ ਬਾਕੀ ਸਾਰੇ ਨਿਊਟ੍ਰੀਐਂਟ ਲੈ ਕੇ ਚੱਲੀਏ ਤਾਂ ਲੋੜ ਤੋਂ ਘੱਟ ਹੀ ਆ ਰਿਹਾ। ਇੱਥੋਂ ਤੱਕ ਕਿ ਫਾਸਫੋਰਸ ਵੀ ਸਾਡੀਆਂ ਜ਼ਮੀਨਾਂ ਦੇ ਵਿੱਚ ਦਰਮਿਆਨੇ ਤੋਂ ਹੇਠਲੇ ਪੱਧਰ ਵੱਲ ਪਾਇਆ ਜਾਂਦਾ ਹੈ, ਯਾਨੀ ਕਿ ਫਾਸਫੋਰਸ ਦੀ ਘਾਟ ਵੀ ਸਾਡੀਆਂ ਜ਼ਮੀਨਾਂ ਦੇ ਵਿੱਚ ਸ਼ੋ ਹੋ ਰਹੀ ਹੈ। ਤਾਂ ਮੁੱਖ ਜਿਹੜੇ ਜ਼ਿਆਦਾ ਵਾਲੀ ਗੱਲ ਕਰਦੇ ਆ ਤਾਂ ਇੱਕ ਤੱਤ ਹੋਰ ਜਿਹੜਾ ਸਾਡੀਆਂ ਜ਼ਮੀਨਾਂ ਦੇ ਵਿੱਚ ਰਲੀਆਂ ਮਿਲੀਆਂ ਰਿਪੋਰਟਾਂ ਆਉਂਦੀਆਂ, ਕੈਲਸ਼ੀਅਮ ਕਈ ਵਾਰੀ ਸਾਡੇ ਕੋਲ ਰਿਪੋਰਟ ਆ ਜਾਂਦੀ ਹੈ ਕਿ ਐਕਸੈਸ ਮਾਤਰਾ ਦੇ ਵਿੱਚ ਪਾਇਆ ਹੋਇਆ ਹੈ, ਔਰ ਉਸ ਦਾ ਮੁੱਖ ਕਾਰਨ ਹੈ ਜਿਹੜੇ ਸਾਡਾ ਜ਼ਮੀਨ ਦੇ ਵਿੱਚੋਂ ਹੇਠਲਾ ਪਾਣੀ ਯੂਜ਼ ਕੀਤਾ ਜਾ ਰਿਹਾ ਹੈ, ਉਸ ਦੇ ਵਿੱਚ ਕਈ ਵਾਰੀ ਕੈਲਸ਼ੀਅਮ ਦੀ ਐਕਸੈਸ ਮਾਤਰਾ ਦਾ ਹੋਣਾ ਇੱਕ ਕਾਰਨ ਹੋ ਜਾਂਦਾ ਉਹਦੇ ਵਿੱਚ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਕੈਲਸ਼ੀਅਮ ਦੀ ਮਾਤਰਾ ਵੀ ਜ਼ਿਆਦਾ ਆ ਰਹੀ ਹੈ। ਬਹੁਤ ਸਾਰੇ ਕਿਸਾਨ ਹੈ ਜੋ ਕਿ ਜ਼ਮੀਨ ਨੂੰ ਚੰਗਾ ਕਰਨ ਲਈ ਜਿਪਸਮ ਦਾ ਯੂਜ਼ ਕਰਦੇ ਹੈ, ਕਲੀ ਜਿਸ ਨੂੰ ਆਪਾਂ ਕਹਿ ਲੈਂਦੇ ਹਾਂ, ਇਸ ਦਾ ਯੂਜ਼ ਕਰਦੇ ਹੈ। ਕਿ ਜੇ ਕਿਸੇ ਜ਼ਮੀਨ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਪਹਿਲਾਂ ਜ਼ਿਆਦਾ ਹੈ, ਉਸ ਤੋਂ ਬਾਅਦ ਆਪਾਂ ਕੈਲਸ਼ੀਅਮ ਹੋਰ ਯੂਜ਼ ਕਰਦੇ ਹਾਂ, ਕੈਲਸ਼ੀਅਮ ਨਾਈਟ੍ਰੇਟ ਦੀ ਫਾਰਮ 'ਚ ਹੋਵੇ ਜਾਂ ਜਿਪਸਮ ਦੀ ਫਾਰਮ 'ਚ ਹੋਵੇ, ਉਹ ਨੁਕਸਾਨਦਾਇਕ ਹੈ? ਜੇਕਰ ਇਸ ਤਰ੍ਹਾਂ ਦੀਆਂ ਜ਼ਮੀਨਾਂ ਜਿਨ੍ਹਾਂ ਦੇ ਵਿੱਚ ਪੀਐਚ ਹਾਈ ਹੈ ਔਰ ਉੱਥੇ ਆਲਰੇਡੀ ਕਲੋਰਾਈਡ ਜਾਂ ਜਿਹੜੇ ਕੈਲਸ਼ੀਅਮ ਦੇ ਕੰਪਾਊਂਡ ਹੈ ਉਹ ਪਹਿਲਾਂ ਦੇ ਵਿੱਚ ਪਏ ਹੋਏ ਹੈ, ਤਾਂ ਉੱਥੇ ਇਹ ਤਰੀਕਾ ਹੈ ਜਿਹੜਾ ਪੀਐਚ ਨੂੰ ਘਟਾਉਣ ਦਾ
ਉਹ ਨਹੀਂ ਵਰਤਣਾ ਚਾਹੀਦਾ, ਕਿਉਂਕਿ ਜਦੋਂ ਕੋਈ ਇੱਕ ਸਾਦੀ ਜੀ ਗੱਲ ਹੈ, ਸਾਡੇ ਸਰੀਰ ਵਾਲਾ ਸਿਸਟਮ ਜ਼ਮੀਨ ਦਾ ਹੈ, ਕੋਈ ਵੀ ਤੱਤ ਬਹੁਤ ਜ਼ਿਆਦਾ ਐਕਸੈਸ ਹੋ ਜਾਂਦਾ ਤਾਂ ਬਾਕੀ ਜਿਹੜੀਆਂ ਚੀਜ਼ਾਂ ਹੈ ਉਹਨਾਂ ਦੀ ਡੈਫੀਸ਼ੀਐਂਸੀ ਸ਼ੋ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਜ਼ਮੀਨ ਦੇ ਵਿੱਚ ਕਿਸੇ ਤਰੀਕੇ ਨਾਲ ਫਾਸਫੋਰਸ ਦੀ ਅਵੇਲੇਬਿਲਿਟੀ ਵਧਾ ਦਿਓ, ਫਾਸਫੋਰਸ ਬਹੁਤ ਜ਼ਿਆਦਾ ਪਾ ਦਿਓ ਤਾਂ ਜਿਹੜੇ ਤੁਹਾਡੇ ਪੌਦੇ ਹੈ ਉਹ ਜ਼ਿੰਕ ਦੀ ਘਾਟ ਦਿਖਾਉਣ ਲੱਗ ਜਾਣਗੇ। ਜੇਕਰ ਇਹ ਸਾਰਾ ਹੀ ਇੱਕ ਦੂਜੇ ਨਾਲ ਜੁੜਿਆ ਹੋਇਆ ਸਿਸਟਮ ਹੈ, ਇਸੇ ਤਰੀਕੇ ਨਾਲ ਜੇਕਰ ਅਸੀਂ ਕੈਲਸ਼ੀਅਮ ਲੋੜ ਤੋਂ ਜ਼ਿਆਦਾ ਪਾਉਣ ਲੱਗ ਜਾਾਂਗੇ ਹਾਈ ਪੀਐਚ ਵਾਲੀਆਂ ਜ਼ਮੀਨਾਂ ਦੇ ਵਿੱਚ, ਤਾਂ ਤੁਸੀਂ ਦੇਖੋਗੇ ਕਿ ਉਹ ਜ਼ਮੀਨ ਦੇ ਵਿੱਚ ਜਿਹੜੀ ਫਸਲ ਹੈ ਉਲਟਾ ਕਮਜ਼ੋਰ ਹੋਣੀ ਸ਼ੁਰੂ ਹੋ ਜੂਗੀ। ਸੋ ਸਾਨੂੰ ਇਹਦੇ ਲਈ ਇੱਕ ਬਹੁਤ ਹੀ ਬੈਲੈਂਸਡ ਅਤੇ ਨੈਚੁਰਲ ਤਰੀਕਾ ਕੋਈ ਸੋਚਣਾ ਪੈਣਾ ਹੈ, ਜਿਹਦੇ ਨਾਲ ਜ਼ਮੀਨ ਦਾ ਪੀਐਚ ਵੀ ਮੇਨਟੇਨ ਹੋਵੇ ਅਤੇ ਨਾਲ ਹੀ ਨਾਲ ਜਿਹੜੀਆਂ ਸਾਡੀਆਂ ਫਸਲਾਂ ਹੈ ਉਹ ਵਧੀਆ ਹੋਣ ਤੇ ਖਰਚੇ ਵੀ ਸਾਡੇ ਕੰਟਰੋਲ ਦੇ ਵਿੱਚ ਰਹੇ। ਕਿਸਾਨ ਵੀਰੋ, ਜਿਸ ਤਰੀਕੇ ਨਾਲ ਆਪਾਂ ਇੱਕ ਮਨੁੱਖੀ ਸਰੀਰ ਦੀ ਗੱਲ ਕਰਦੇ ਹਾਂ, ਉਸ ਵਿੱਚ ਬਹੁਤ ਸਾਰੇ ਖੁਰਾਕ ਤੱਤ ਅਜਿਹੇ ਹੁੰਦੇ ਆ ਜੋ ਚਾਹੀਦੇ ਹੁੰਦੇ ਆ ਜਾਂ ਫਿਰ ਉਹ ਨਹੀਂ ਹੁੰਦੇ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ 1 mg ਚਾਹੀਦਾ ਹੈ ਜਾਂ ਫਿਰ ਉਸ ਤੋਂ 4 ਗੁਣਾ ਮਾਤਰਾ ਜਾਂ 5 ਗੁਣਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੇਕਰ ਇਸ ਤਰੀਕੇ ਨਾਲ ਹੀ ਸਿਨੈਰੀਓ ਜ਼ਮੀਨ ਦੇ ਵਿੱਚ ਮਿਲਦਾ ਹੈ ਤਾਂ ਜ਼ਮੀਨ ਲਈ ਉਹ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਪੀਐਚ ਹਾਈ ਹੋਣ ਦੇ ਕਈ ਰੀਜ਼ਨ ਹੈਗੇ ਹੈ। ਜ਼ਿਆਦਾਤਰ ਰੀਜ਼ਨ ਜੋ ਤੁਸੀਂ ਦੱਸੇ ਉਹ ਸੀਗੇ ਨੈਚੁਰਲ ਤਰੀਕੇ ਨਾਲ। ਕੀ ਕਿਸਾਨ ਦੀ ਵੀ ਕੋਈ ਅਜਿਹੀ ਪ੍ਰੈਕਟਿਸ ਹੈ ਜਿਸ ਦੇ ਨਾਲ ਸੋਇਲ ਪੀਐਚ ਹਾਈ ਹੋ ਰਿਹਾ ਹੈ? ਬਿਲਕੁਲ, ਇਸ ਦੇ ਵਿੱਚ ਅਰਸ਼ਦੀਪ ਜੀ ਸਮੱਸਿਆਵਾਂ ਕਾਫੀ ਜਗ੍ਹਾ ਤੇ ਹੈਗੀਆਂ। ਉਹਦੇ ਵਿੱਚ ਆਪਾਂ ਜਿਹੜੀ ਮੁੱਖ ਗੱਲ ਹੈ, ਜੇਕਰ ਆਪਾਂ ਉਹਨੂੰ ਇਹ ਕਰੀਏ ਤਾਂ ਜਿਹੜਾ ਸਾਡਾ ਕਿਸਾਨ ਹੈ ਉਸ ਨੂੰ ਜਾਣਕਾਰੀ ਦੀ ਘਾਟ ਹੈ। ਜਾਣਕਾਰੀ ਉਸ ਲੈਵਲ ਤੱਕ ਦੀ ਫਾਰਮਰਾਂ ਤੱਕ ਨਹੀਂ ਪਹੁੰਚੀ ਕਿ ਉਹ ਉਸ ਨੂੰ ਸਹੀ ਤਰੀਕੇ ਨਾਲ ਪ੍ਰੈਕਟਿਸ ਦੇ ਵਿੱਚ ਲਿਆ ਸਕਣ। ਜਿੱਦਾਂ ਆਪਾਂ ਇੱਕ ਡੀਏਪੀ ਦੀ ਆਪਾਂ ਗੱਲ ਲੈਂਦੇ ਹਾਂ ਤਾਂ ਡੀਏਪੀ ਬਾਰੇ ਆਮ ਤੌਰ ਤੇ ਹੀ ਮੰਨਿਆ ਜਾਂਦਾ ਹੈ ਕਿ ਉਸ ਦੇ ਵਿੱਚ 18% ਨਾਈਟ੍ਰੋਜਨ 46% ਹੈ ਜਿਹੜੀ ਫਾਸਫੋਰਸ ਹੁੰਦੀ ਹੈ। ਬਸ ਸਾਡੀ ਜਾਣਕਾਰੀ ਸਿਰਫ ਇੰਨੀ ਹੈ ਕਿ ਇੱਕ ਗੱਟੇ ਦੇ ਵਿੱਚ 9 ਕਿਲੋ ਨਾਈਟ੍ਰੋਜਨ ਅਤੇ 23 ਕਿਲੋ ਫਾਸਫੋਰਸ ਹੈ। ਜਦੋਂ ਕਿ ਤੁਸੀਂ ਬਿਹਤਰ ਜਾਣਦੇ ਹੋ ਜਿਹੜੀ ਫਾਸਫੋਰਸ ਉਹਦੇ ਵਿੱਚ ਮੌਜੂਦ ਹੈ ਉਸ ਦੇ ਵਿੱਚੋਂ ਲਗਭਗ 46% ਲਗਭਗ 12-13 ਕਿਲੋ ਫਾਸਫੋਰਸ ਅਜਿਹੀ ਹੁੰਦੀ ਹੈ ਜਿਹੜੀ ਲੋ ਪੀਐਚ ਦੇ ਦੌਰਾਨ ਘੁਲਣੀ ਹੈ। ਨਿਊਟਰਲ ਥਾਂ ਤੇ ਜਦੋਂ ਪੀਐਚ ਆ ਜਾਣਾ ਉਦੋਂ ਘੁਲਣੀ ਹੈ, ਮਤਲਬ 6.5 ਦੇ ਆਸ-ਪਾਸ। ਅਸੀਂ ਇੱਕ ਇਹੋ ਜਿਹੇ ਖੇਤਰ ਦੇ ਵਿੱਚ ਬੈਠੇ ਹਾਂ ਜਿੱਥੇ ਪੀਐਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ 9.5 ਤੱਕ ਵੀ ਚਲਾ ਜਾਂਦਾ ਹੈ। ਤਾਂ ਤੁਸੀਂ ਸੋਚੋ ਕਿ ਹਰ ਸਾਲ ਕਿੰਨੀ ਫਾਸਫੋਰਸ ਹੈ ਜਿਹੜੀ ਸਾਡੀ ਜ਼ਮੀਨ ਦੇ ਵਿੱਚ ਸਾਲ ਦਰ ਸਾਲ ਹਰ ਫਸਲ ਫਿਕਸ ਹੁੰਦੀ ਜਾ ਰਹੀ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਇੱਕ ਬੈਗ ਦੀ ਥਾਂ ਤੇ 1.5 ਬੈਗ 2 ਬੈਗ 2.5 ਬੈਗ ਤੱਕ ਵੀ ਪਾ ਦਿੰਦੇ ਹਾਂ, ਕਈ ਲੋਕ ਹੋਰ ਵਧਾ ਦਿੰਦੇ ਆ। ਉਹ ਜਿਹੜੀ ਐਕਸੈਸ ਦੇ ਵਿੱਚ ਗਈ ਹੋਈ ਫਾਸਫੋਰਸ ਹੈ ਉਹ ਜ਼ਮੀਨ ਦੇ ਜਿਹੜੇ ਕਣ ਹੈ ਉਹਨਾਂ ਦੇ ਉੱਤੇ ਇੱਕ ਸਤਹ ਬਣਾਉਣੀ ਸ਼ੁਰੂ ਕਰ ਦਿੰਦੀ ਹੈ। ਉਹਦੇ ਨਾਲ ਕੀ ਹੁੰਦਾ, ਜਿੰਨੇ ਨਿਊਟ੍ਰੀਐਂਟ ਹੈ ਉਹ ਉਸ ਦੇ ਕੰਪਾਊਂਡਾਂ ਦੇ ਵਿੱਚ ਆ ਕੇ ਉਹਦੇ ਨੀਚੇ ਦੱਬੇ ਜਾਂਦੇ ਔਰ ਪੌਦੇ ਨੂੰ ਨਹੀਂ ਮਿਲਦੇ। ਦੂਸਰਾ, ਜ਼ਮੀਨ ਹੌਲੀ ਹੌਲੀ ਚੀਕਣੇਪਣ ਵੱਲ ਵੱਧਦੀ ਜਾਂਦੀ ਹੈ, ਸਖਤ ਹੁੰਦੀ ਜਾਂਦੀ ਹੈ, ਮਤਲਬ ਕਿ ਹੌਲੀ ਹੌਲੀ ਜ਼ਮੀਨ ਦਾ ਜਿਹੜਾ ਪੀਐਚ ਹੈ ਉਹ ਵੀ ਉੱਪਰ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਦੀਆਂ ਪ੍ਰੈਕਟਿਸ ਹੈ ਬਹੁਤ ਸਾਰੀਆਂ ਜਿਨ੍ਹਾਂ ਨਾਲ ਪੀਐਚ ਹੌਲੀ ਹੌਲੀ ਅੱਗੇ ਵੱਲ ਗਿਆ ਹੈ। ਦੂਸਰਾ, ਜਿਹੜੀ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਸਾਡਾ ਬਦਲਦਾ ਹੋਇਆ ਜਿਹੜਾ ਮਸ਼ੀਨਰੀ ਢਾਂਚਾ ਹੈ, ਸਾਡੀ ਖੇਤੀਬਾੜੀ ਦਾ ਜਿਹੜਾ ਢੰਗ ਚੇਂਜ ਹੋ ਗਿਆ ਹੈ। ਪੁਰਾਣੇ ਸਮਿਆਂ ਦੇ ਵਿੱਚ ਜਿੱਦਾਂ ਅਸੀਂ ਖੇਤਾਂ 'ਚ ਰੂੜੀ ਯੂਜ਼ ਕਰਦੇ ਹੁੰਦੇ ਸੀ, ਇਹਦੇ 'ਚ ਆਪਾਂ ਕਿਸਾਨ ਦੀ ਗਲਤੀ ਮੰਨੀਏ ਜਾਂ ਨਾ ਮੰਨੀਏ ਇੱਕ ਅਲੱਗ ਵਿਸ਼ਾ ਹੈ, ਬਟ ਸਾਡੇ ਕੋਲੋਂ ਉਹ ਚੀਜ਼ ਮਿਸ ਹੋ ਗਈ ਹੈ। ਅਸੀਂ ਖੇਤ ਦੇ ਵਿੱਚ ਰੂੜੀ ਪਾਉਣੀ ਬੰਦ ਕਰ ਦਿੱਤੀ ਹੈ। ਅਗਰ ਅਸੀਂ ਰੂੜੀ ਪਾਉਂਦੇ ਸੀ ਤਾਂ ਕੁਦਰਤੀ ਰੂਪ ਦੇ ਵਿੱਚ ਉਹ ਪੀਐਚ ਨੂੰ ਮੇਨਟੇਨ ਕਰਕੇ ਰੱਖਦੀ ਸੀ। ਹੁਣ ਸਾਡੇ ਕੋਲੇ ਪਾਉਣ ਲਈ ਸਿਰਫ ਅਤੇ ਸਿਰਫ ਬੈਗ ਹੈ, ਚਾਹੇ ਉਹ ਤੁਹਾਡੇ ਕੋਲੇ ਡੀਏਪੀ ਦਾ ਬੈਗ ਹੈ, ਚਾਹੇ ਉਹ ਤੁਹਾਡੇ ਕੋਲੇ ਯੂਰੀਆ ਦਾ ਬੈਗ ਹੈ, ਚਾਹੇ ਉਹ ਤੁਹਾਡੇ ਕੋਲੇ ਪੋਟਾਸ਼ ਦਾ ਬੈਗ ਹੈ ਜਾਂ ਤੁਹਾਡੇ ਕੋਲੇ ਜ਼ਿੰਕ ਦਾ ਬੈਗ ਹੈ। ਸਾਡੇ ਕੋਲੇ ਕੁਦਰਤੀ ਰੂਪ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਜਾ ਰਹੀ ਜਿਹੜੀ ਪੀਐਚ ਨੂੰ ਮੇਨਟੇਨ ਕਰੇ। ਸੋ ਇਸ ਕਰਕੇ ਜਿਵੇਂ ਪੀਐਚ ਵੱਧਦਾ ਜਾਂਦਾ ਹੈ ਉਵੇਂ ਜਿਹੜੀਆਂ ਖਾਦਾਂ ਤੁਸੀਂ ਵਰਤਦੇ ਹੋ, ਜਿੱਦਾਂ ਤੁਸੀਂ ਪਹਿਲੇ ਸਾਲ 1.5 ਏਕੜ ਪਾਈ ਹੈ, 1.5 ਏਕੜ ਦੇ ਵਿੱਚ 1.5 ਗੱਟਾ ਪਾਇਆ ਹੋਇਆ ਹੈ, ਨੈਕਸਟ ਈਅਰ ਕੀ ਹੁੰਦਾ ਹੈ ਉਹ ਉਨਾ ਰਿਜ਼ਲਟ ਨਹੀਂ ਦਿੰਦੀ। ਫਿਰ ਅਸੀਂ 2.25 ਕਰ ਦਿੰਦੇ ਹਾਂ, ਫਿਰ ਅਸੀਂ 2 ਕਰ ਦਿੰਦੇ ਹਾਂ, ਹੌਲੀ ਅਸੀਂ 3-4 ਤੇ ਆ ਚੁੱਕੇ ਹਾਂ। ਤੁਸੀਂ ਥੋੜਾ ਜਿਹਾ ਲੰਬਾ ਦੇਖੋ ਕਿ ਸਾਡਾ ਭਵਿੱਖ ਕੀ ਹੋਣ ਜਾ ਰਿਹਾ ਹੈ। ਜ਼ਮੀਨ ਦਾ ਪੀਐਚ ਵਧਣਾ ਹੈ, ਜਿੰਨੀ ਅਸੀਂ ਪਾਵਾਂਗੇ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ, ਉਸ ਦਾ ਇੱਕ ਬਹੁਤ ਛੋਟਾ ਪਾਰਟ ਤੁਹਾਡੇ ਪੌਦੇ ਲੈ ਸਕਣਗੇ। ਉਸ ਨੂੰ ਅਸੀਂ ਪੌਦੇ ਨੂੰ ਪੂਰੀ ਖੁਰਾਕ ਕਿਵੇਂ ਕਰਾਂਗੇ, ਕੀ ਅਸੀਂ ਹੋਰ ਡੋਜ਼ ਵਧਾਵਾਂਗੇ ਜਾਂ ਅਸੀਂ ਜ਼ਮੀਨ ਦੇ ਪੀਐਚ ਨੂੰ ਸੈੱਟ ਕਰਾਂਗੇ, ਇਹ ਸਾਡੇ ਅੱਗੇ ਸਭ ਤੋਂ ਵੱਡਾ ਤੇ ਅਹਿਮ ਸਵਾਲ ਹੈ। ਡਾਕਟਰ ਸਾਹਿਬ, ਆਪਾਂ ਦੇਖਿਆ 2020 ਇਹਦੇ ਵਿੱਚ ਜਿਹੜੀ ਖਰੀਫ ਦੀ ਫਸਲ ਸੀ, ਕੋਟਨ ਜਿੰਨਾ ਵੀ ਏਰੀਆ ਸੀ ਬਹੁਤ ਵੱਡਾ ਹਿੱਸਾ ਉਸਦਾ ਤਬਾਹ ਹੋ ਗਿਆ ਸੀ। ਕੀ ਜ਼ਮੀਨ ਦਾ ਪੀਐਚ ਹਾਈ ਹੋਣਾ ਉਸ ਦਾ ਇੱਕ ਰੀਜ਼ਨ ਸੀ ਜਾਂ ਕੁਝ ਹੋਰ ਕਾਰਨ ਸੀ ਉਸਦੇ ਖਰਾਬ ਹੋਣ ਦੇ? ਇਸ ਦੇ ਵਿੱਚ ਅਰਸ਼ਦੀਪ ਜੀ ਬਹੁਤ ਸਾਰੀਆਂ ਗੱਲਾਂ ਹੈ। ਦੇਖੋ, ਕਾਟਨ ਦਾ ਖਰਾਬ ਹੋਣਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਸ ਟਾਈਮ ਦੇ ਉੱਤੇ ਕਾਟਨ ਦੇ ਉੱਤੇ ਲਾਸਟ ਈਅਰ ਜ਼ੈਂਥੋਮੋਨਾਸ ਨੇ ਅਟੈਕ ਕੀਤਾ ਸੀ, ਜਿਸ ਨੂੰ BLB ਕਹਿੰਦੇ ਆ। ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਸੀ ਉਹਦੇ ਉੱਪਰ ਕਿ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਦੂਸਰਾ, ਜਦੋਂ ਅਸੀਂ ਖੇਤ ਦੇ ਵਿੱਚ ਫਸਲ ਤੁਸੀਂ ਕਾਟਨ ਬੀਜ ਦਿੱਤਾ ਹੈ, ਸਾਡੇ ਜਿਹੜਾ ਮੁੱਖ ਤੌਰ ਤੇ ਅਸੀਂ ਖਾਦਾਂ ਚੂਜ਼ ਕਰਦੇ ਹਾਂ ਉਹ ਕੀ ਹੁੰਦੀਆਂ? DAP ਜਾਂ ਸਿੰਗਲ ਸੁਪਰ ਫਾਸਫੇਟ ਆਪਾਂ ਮੋਸਟਲੀ ਫਾਰਮਰ ਯੂਜ਼ ਕਰਦੇ ਹਾਂ।
ਜਾਂ ਪੋਟਾਸ਼ ਪਾ ਲੈਂਦੇ ਆ। ਕੋਈ ਵਿਰਲਾ ਟਾਵਾਂ ਫਾਰਮਰ ਹੈ ਜਿਹੜਾ ਉਹ ਕਿਤੇ ਕਿਤੇ ਥੋੜਾ ਬਹੁਤ ਜ਼ਿੰਕ ਵੀ ਵਰਤ ਲੈਂਦਾ ਹੈ। ਇਸ ਤੋਂ ਬਿਨਾ ਬਾਕੀ ਨਿਊਟ੍ਰੀਐਂਟ ਹੈ ਜਿਹੜੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਜੀ, ਸਾਡੇ ਪੌਦੇ ਨੂੰ ਲਗਭਗ 16 ਨਿਊਟ੍ਰੀਐਂਟ ਚਾਹੀਦੇ ਆ, ਜਿਨ੍ਹਾਂ ਦੇ ਵਿੱਚੋਂ 4 ਕੁਦਰਤੀ ਰੂਪ ਚ ਮੌਜੂਦ ਹੈ। ਬਾਕੀ ਹੈ ਜਿਹੜੇ ਉਹ ਸਾਨੂੰ ਸਾਡੀ ਜ਼ਮੀਨ ਦੇ ਵਿੱਚੋਂ ਪੂਰੇ ਕਰਕੇ ਦੇਣੇ ਪੈਂਦੇ ਆ। ਤਾਂ ਉਹ ਜਦੋਂ ਨਿਊਟ੍ਰੀਐਂਟ ਨਹੀਂ ਮਿਲਦੇ ਤਾਂ ਪੌਦਾ ਗਰੋਥ ਕਰ ਜਾਂਦਾ ਹੈ। ਅਸੀਂ ਨਾਈਟ੍ਰੋਜਨ ਪਾ ਕੇ ਉਸਦੀ ਗਰੋਥ ਕਰਵਾ ਲਈ ਹੈ, ਅਸੀਂ ਫਾਸਫੋਰਸ ਦੇ ਕੇ ਉਸਦੇ ਟਿੰਡਿਆਂ ਦਾ ਸਾਈਜ਼ ਵਧਾਉਣ ਲਾ ਲਿਆ, ਬਟ ਪੌਦਾ ਜਿਹੜਾ ਬਿਮਾਰੀਆਂ ਦੇ ਪ੍ਰਤੀ ਉਹਨਾਂ ਸਹਿਨਸ਼ੀਲ ਨਹੀਂ ਹੁੰਦਾ, ਉਹਨਾਂ ਮਜ਼ਬੂਤ ਨਹੀਂ ਹੁੰਦਾ, ਕਿਉਂਕਿ ਉਹਨੂੰ ਸਾਰੇ ਨਿਊਟ੍ਰੀਐਂਟ ਸਹੀ ਮਾਤਰਾ ਦੇ ਵਿੱਚ ਨਹੀਂ ਮਿਲੇ ਹੁੰਦੇ। ਉਸ ਟਾਈਮ ਦੇ ਉੱਤੇ ਚਾਹੇ ਕੋਈ ਵੀ ਕੁਦਰਤੀ ਝਟਕਾ ਉਹਨੂੰ ਲੱਗਦਾ ਤਾਂ ਪੌਦਾ ਇੱਕਦਮ ਉਹਨਾਂ ਬਿਮਾਰੀਆਂ ਅੱਗੇ ਹੱਥ ਖੜੇ ਕਰ ਜਾਂਦਾ ਹੈ। ਜਾਂ ਕਈ ਵਾਰੀ ਲਾਸਟ ਈਅਰ ਬਹੁਤ ਸਾਰੇ ਫਾਰਮਰਾਂ ਅੱਗੇ ਇਹ ਵੀ ਸਮੱਸਿਆ ਆਈ ਸੀ ਕਿ ਪੌਦਾ ਠੀਕ ਠਾਕ ਚੱਲਦਾ ਆ ਰਿਹਾ ਸੀ, ਵਧੀਆ ਗਰੋਥ ਕਰ ਰਿਹਾ ਸੀ, ਜਦੋਂ ਉਸਨੇ ਜ਼ੋਰਦਾਰ ਫਲ ਲਿਆ ਤਾਂ ਉਹ ਜਿਹੜਾ ਪੱਤੇ ਢਿੱਲੇ ਕਰ ਗਿਆ ਅਤੇ ਸੁੱਕਣਾ ਸ਼ੁਰੂ ਹੋ ਗਿਆ। ਰੀਜ਼ਨ ਕੀ ਹੈ ਕਿ ਸਾਡਾ ਪੌਦਾ ਇੰਨਾ ਮਜ਼ਬੂਤ ਨਹੀਂ ਸੀ, ਉਸ ਵਿੱਚ ਸਾਰੇ ਨਿਊਟ੍ਰੀਐਂਟਾਂ ਦੀ ਅਵੇਲੇਬਿਲਟੀ ਨਹੀਂ ਸੀ। ਜਦੋਂ ਉਸਨੂੰ ਬਹੁਤ ਜ਼ਿਆਦਾ ਖੁਰਾਕ ਦੀ ਲੋੜ ਸੀ ਤਾਂ ਉਸ ਦੀਆਂ ਜੜ੍ਹਾਂ ਜਿਹੜੀਆਂ ਉਹ ਕੰਮ ਛੱਡਣਾ ਸ਼ੁਰੂ ਕਰ ਗਈਆਂ ਅਤੇ ਪੌਦੇ ਆ ਜਿਹੜੇ ਹੌਲੀ ਹੌਲੀ ਮਰਨੇ ਸ਼ੁਰੂ ਹੋ ਗਏ। ਡਾਕਟਰ ਸਾਹਿਬ ਤੁਸੀਂ ਦੱਸਿਆ ਕਿ BLB ਦਾ ਅਟੈਕ ਹੋਇਆ ਸੀ। ਫਾਰਮਰ ਦੀ ਜਿਹੜੀ ਮੇਨ ਪ੍ਰੈਕਟਿਸ ਆਪਾਂ ਦੇਖਦੇ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ, ਜਦ ਵੀ ਕੋਈ ਅਟੈਕ ਹੁੰਦਾ ਹੈ ਤਾਂ ਫੰਜੀਸਾਈਡ ਦਾ ਹੀ ਯੂਜ਼ ਕੀਤਾ ਜਾਂਦਾ ਹੈ। ਉਸ ਵਿੱਚ ਕਾਰਬਨਿਜ਼ਮ ਹੋ ਸਕਦਾ ਹੈ, ਮੈਨਕੋਜ਼ੇਬ ਜਾਂ ਜ਼ੋਕਸੀਸਟ੍ਰੋਬਿਨ ਜਾਂ ਇਸ ਤਰੀਕੇ ਦੀ ਟੈਕਨੋਲੋਜੀ ਦੇ ਬਹੁਤ ਸਾਰੇ ਫੰਜੀਸਾਈਡ ਹੈ ਜੋ ਯੂਜ਼ ਕੀਤੇ ਜਾਂਦੇ ਹੈ। ਕੀ ਬੈਕਟੀਰੀਅਲ ਅਟੈਕ ਦੇ ਉੱਤੇ ਫੰਜੀਸਾਈਡ ਦਾ ਯੂਜ਼ ਕਰਨਾ ਠੀਕ ਰਹਿੰਦਾ ਹੈ? ਅਰਸ਼ਦੀਪ ਜੀ, ਇਹ ਇੱਕ ਬਹੁਤ ਵੱਡੀ ਭ੍ਰਾਂਤੀ ਹੈ। ਬੇਸਿਕਲੀ ਇਹਦੇ ਬਾਰੇ ਵੀ ਉਹੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ, ਫਾਰਮਰਾਂ ਤੱਕ ਖੁੱਲੀ ਜਾਣਕਾਰੀ ਉਹਨਾਂ ਤੱਕ ਨਹੀਂ ਪਹੁੰਚ ਪਾਈ। ਜੇਕਰ ਤੁਹਾਡੇ ਖੇਤ ਦੇ ਵਿੱਚ ਬੈਕਟੀਰੀਆ ਅਟੈਕ ਕਰਦਾ ਹੈ, ਜ਼ੈਂਥੋਮੋਨਾਸ ਇੱਕ ਬੈਕਟੀਰੀਆ ਹੈ, ਜੇ ਬੈਕਟੀਰੀਆ ਅਟੈਕ ਕਰਦਾ ਹੈ ਤਾਂ ਉਸ ਦੇ ਖਾਤਮੇ ਲਈ ਸਾਨੂੰ ਐਂਟੀਬਾਇਓਟਿਕ ਦੀ ਲੋੜ ਹੈ ਜੀ। ਅਸੀਂ ਕੀ ਕਰਦੇ ਹਾਂ, ਅਸੀਂ ਆਮ ਤੌਰ ਤੇ ਜਿਹੜੇ ਸਾਡੇ ਫਾਰਮਰ ਹੈ, ਸਾਡੇ ਪ੍ਰਚਲਿਤ ਰੁਝਾਨ ਕੀ ਚੱਲਦਾ ਹੈ ਕਿ ਜੀ 3 ਸਪਰੇਆਂ ਫੰਜੀਸਾਈਡ ਦੀਆਂ ਕਰ ਦੇਣੀਆਂ, ਔਰ ਅਸੀਂ ਜ਼ਰੂਰਤ ਉਸ ਫੰਜੀਸਾਈਡ ਦੀ ਸਮਝਦੇ ਹਾਂ ਜਿਹੜਾ ਫੰਜੀਸਾਈਡ ਸਾਡੀ ਫਸਲ ਨੂੰ, ਸਾਡੇ ਪੱਤਿਆਂ ਨੂੰ ਹਰਾ ਭਰਾ ਕਰ ਦਿੰਦਾ ਹੈ। ਫਾਰਮਰ ਨੂੰ ਇਹ ਲੱਗਦਾ ਕਿ ਇਹਨੇ ਬਹੁਤ ਕੰਮ ਕੀਤਾ ਹੈ, ਜਦੋਂ ਕਿ ਜਿਹੜੀ ਸਾਡੀ ਮੁੱਖ ਸਮੱਸਿਆ ਹੈ ਉਸ ਬੈਕਟੀਰੀਆ ਨੇ ਅਟੈਕ ਕੀਤਾ ਹੈ। ਤਾਂ ਸਾਨੂੰ ਉਹਦੇ ਲਈ ਐਂਟੀਬਾਇਓਟਿਕ ਖੇਤ ਦੇ ਵਿੱਚ ਯੂਜ਼ ਕਰਨਾ ਚਾਹੀਦਾ ਹੈ। ਜਦੋਂ ਹੁੰਦਾ ਕੀ ਹੈ, ਤੁਸੀਂ ਖੇਤ ਦੇ ਵਿੱਚ ਫਸਲ ਬੀਜ ਦਿੱਤੀ ਹੈ, ਉਹ ਬਿਲਕੁਲ ਸਹੀ ਚੱਲ ਰਹੀ ਹੈ, ਟਿੰਡੇ ਉਦੋਂ ਤੱਕ ਲੱਗੇ ਹੋਏ ਹੈ, ਉਸ ਟਾਈਮ ਤੇ ਜਦੋਂ ਅਗਸਤ ਦੇ ਵਿੱਚ ਬਾਰਿਸ਼ਾਂ ਸਟਾਰਟ ਹੁੰਦੀਆਂ ਤਾਂ ਜ਼ੈਂਥੋਮੋਨਾਸ ਜ਼ਮੀਨ ਤੋਂ ਹੇਠਲੇ ਹਿੱਸੇ ਦੇ ਉੱਤੋਂ ਜਦੋਂ ਬਾਰਿਸ਼ ਮੀਂਹ ਪੈਂਦਾ, ਥੱਲੇ ਛਿੱਟੇ ਡਿੱਗਦੇ ਆ ਤਾਂ ਉਹ ਹੇਠਲੇ ਪੱਤਿਆਂ ਤੇ ਅਟੈਕ ਕਰਦਾ। ਤੁਸੀਂ ਕਦੇ ਵੀ ਦੇਖਿਓ ਬਾਹਰੋਂ ਤੁਹਾਡਾ ਖੇਤ ਬਹੁਤ ਹਰਾ ਭਰਾ ਦਿਖਾਈ ਦਿੰਦਾ ਹੈ, ਤੁਸੀਂ ਖੇਤ ਦੇ ਵਿੱਚ ਜਾਓ, ਬੂਟਿਆਂ ਨੂੰ ਸਾਈਡ ਤੇ ਕਰਕੇ ਦੇਖੋ, ਤੁਸੀਂ ਦੇਖੋਗੇ ਹੇਠੋਂ ਲੈ ਕੇ ਅੱਧਾ ਬੂਟਾ ਸਾਰੇ ਪੱਤੇ ਝਾੜ ਚੁੱਕਿਆ ਹੈ, ਉੱਪਰ ਥੋੜੀ ਜਿਹੀ ਟੁੱਸਾ ਜਿਹਾ ਜਿਹੜਾ ਉਹ ਹਰਾ ਹੈ। ਐਕਚੁਅਲ ਦੇ ਵਿੱਚ ਕੀ ਹੈ, ਸਾਡਾ ਧਿਆਨ ਨਹੀਂ ਜਾਂਦਾ, ਜ਼ੈਂਥੋਮੋਨਾਸ ਹੇਠਲੇ ਪੱਤਿਆਂ ਤੋਂ ਅਟੈਕ ਕਰਦਾ ਉੱਪਰ ਵੱਲ ਨੂੰ ਚੱਲਦਾ ਆਉਂਦਾ। ਜਦੋਂ ਤੱਕ ਸਾਨੂੰ ਪੂਰਾ ਪਤਾ ਲੱਗਦਾ ਹੈ ਉਦੋਂ ਤੱਕ ਤੁਹਾਡੀ ਜਿਹੜੀ ਪੂਰੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੁੰਦੀ ਹੈ। ਸੋ ਸਾਨੂੰ ਜਦੋਂ ਲੋੜ ਐਂਟੀਬਾਇਓਟਿਕ ਦੀ ਹੈ ਤਾਂ ਉਦੋਂ ਐਂਟੀਬਾਇਓਟਿਕ ਹੀ ਛਿੜਕਣਾ ਚਾਹੀਦਾ ਹੈ। ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡੇ ਖੇਤ ਦੇ ਵਿੱਚ ਜਿਹੜੀ ਬਿਮਾਰੀ ਆਈ ਹੋਈ ਹੈ ਕੀ ਉਹ ਬੈਕਟੀਰੀਆ ਨਾਲ ਆਈ ਹੋਈ ਹੈ ਜਾਂ ਫੰਗਸ ਨਾਲ ਆਈ ਹੋਈ ਹੈ। ਜੇਕਰ ਫੰਗਸ ਨਾਲ ਆਈ ਹੋਈ ਬਿਮਾਰੀ ਹੈ ਤਾਂ ਤੁਸੀਂ ਫੰਜੀਸਾਈਡ ਕਰੋ, ਜੇਕਰ ਤੁਹਾਡੇ ਖੇਤ ਦੇ ਵਿੱਚ ਬੈਕਟੀਰੀਆ ਨਾਲ ਬਿਮਾਰੀ ਆਈ ਹੋਈ ਹੈ ਤਾਂ ਤੁਹਾਨੂੰ ਐਂਟੀਬਾਇਓਟਿਕ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਹਦੇ ਉੱਤੇ ਇੱਕ ਦੂਸਰੇ ਤਰ੍ਹਾਂ ਕ੍ਰਾਸ ਕਰਕੇ ਕਰ ਦਿਓਗੇ, ਤੁਹਾਡੇ ਪੈਸੇ ਵੀ ਬੇਕਾਰ ਜਾਣਗੇ ਔਰ ਤੁਹਾਡੀ ਫਸਲ ਨੂੰ ਵੀ ਉਸ ਦਾ ਕੋਈ ਲਾਭ ਨਹੀਂ ਹੋਊਗਾ। ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਐਂਟੀਬਾਇਓਟਿਕ ਦਾ ਯੂਜ਼ ਕੀਤਾ ਜਾਣਾ ਚਾਹੀਦਾ ਹੈ, ਕੀ ਬਾਜ਼ਾਰ ਦੇ ਵਿੱਚ ਕੁਝ ਅਜਿਹਾ ਸੋਰਸ ਵੀ ਹੈ ਜੋ ਕਿ ਐਂਟੀਬਾਇਓਟਿਕ ਪਲੱਸ ਫੰਜੀਸਾਈਡ ਦੋਹਾਂ ਦਾ ਕੰਮ ਕਰ ਸਕਦਾ ਹੋਵੇ ਤਾਂ ਕਿ ਫਾਰਮਰ ਨੂੰ ਈਜ਼ੀ ਹੋਵੇ? ਕਿਉਂਕਿ ਫਾਰਮਰ ਲਈ ਸ਼ਾਇਦ ਇਹ ਐਨਾਲਿਸਿਸ ਕਰਨਾ ਮੁਸ਼ਕਿਲ ਹੁੰਦਾ ਹੈ ਕਿ ਇਹ ਬੈਕਟੀਰੀਅਲ ਹੈ ਜਾਂ ਫੰਗਲ ਹੈ, ਤਾਂ ਦੋਵਾਂ ਦਾ ਕੋਈ ਕੰਬੀਨੇਸ਼ਨ ਹੋ ਜਾਂ ਫਿਰ ਕੁਝ ਅਜਿਹਾ ਕੰਬੀਨੇਸ਼ਨ ਹੋਵੇ ਕਿ ਆਪਾਂ ਉਹਨੂੰ ਇਨਸੈਕਟੀਸਾਈਡ ਨਾਲ ਵੀ ਮਿਲਾ ਕੇ ਕਰ ਸਕੀਏ। ਕੁਝ ਇਹੋ ਜਿਹਾ ਹੈ ਮਾਰਕੀਟ ਵਿੱਚ? ਹਾਂ, ਮਾਰਕੀਟ ਦੇ ਵਿੱਚ ਤੁਹਾਡੇ ਕੋਲ ਅਰਸ਼ਦੀਪ ਜੀ ਮੈਂ ਤੁਹਾਨੂੰ ਇੱਕ ਪ੍ਰੋਡਕਟ ਦੱਸਦਾ। ਸੂਡੋਮੋਨਾਸ ਫਲੋਰੋਸਨ ਇੱਕ ਬੈਕਟੀਰੀਆ ਹੈ, ਕੁਦਰਤੀ ਇੱਕ ਇਸ ਤਰ੍ਹਾਂ ਦਾ ਬੈਕਟੀਰੀਆ ਹੈ ਜਿਹੜਾ ਕਿ ਦੂਸਰੇ ਨੁਕਸਾਨ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦਾ ਹੈ, ਨਾਲ ਹੀ ਇਹ ਫੰਗਸ ਨੂੰ ਵੀ ਖਤਮ ਕਰਦਾ ਹੈ। ਤਾਂ ਤੁਸੀਂ ਜਦੋਂ ਤੁਹਾਡੇ ਖੇਤ ਦੇ ਵਿੱਚ ਬਾਰਿਸ਼ ਦਾ ਟਾਈਮ ਹੈ, ਬਾਰਿਸ਼ ਆਉਣ ਦਾ ਸਮਾਂ ਹੁੰਦਾ ਹੈ, ਇੱਕ ਸਪਰੇਅ ਦੀ ਪਹਿਲਾਂ ਤੇ ਲਗਭਗ 20 ਤੋਂ 22 ਦਿਨ ਬਾਅਦ ਇੱਕ ਸਪਰੇਅ ਦੀ ਰਿਪੀਟ ਕਰ ਦਿਓ ਤਾਂ ਤੁਹਾਡੇ ਖੇਤ ਦੇ ਵਿੱਚ ਜਿਹੜਾ ਜ਼ੈਂਥੋਮੋਨਾਸ ਆ ਉਹ ਅਟੈਕ ਨਹੀਂ ਕਰਦਾ। ਸੂਡੋਮੋਨਾਸ ਫਲੋਰੋਸਨ ਇੱਕ ਬਹੁਤ ਹੀ ਕਾਰਗਰ, ਬਹੁਤ ਹੀ ਤੇਜ਼ੀ ਨਾਲ ਕੰਮ ਕਰਨ ਵਾਲਾ ਇੱਕ ਕੁਦਰਤੀ ਬੈਕਟੀਰੀਆ ਹੈ। ਸੋ ਸਾਨੂੰ ਜ਼ਰੂਰਤ ਨਹੀਂ ਹੈ ਕਿ ਅਸੀਂ ਬਹੁਤ ਹੀ ਮਹਿੰਗੇ ਜਿਹੜੇ ਫੰਜੀਸਾਈਡ ਹੈ, ਬਹੁਤ ਹੀ ਮਹਿੰਗੇ ਐਂਟੀਬਾਇਓਟਿਕ ਹੈ, ਉਹਨਾਂ ਦੀ ਖੋਜ ਮਗਰ ਲੱਗੇ ਰਹੀਏ। ਸਾਡੇ ਕੋਲੇ ਕੁਦਰਤੀ ਰੂਪ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਮੌਜੂਦ ਹੈ ਜਿਨ੍ਹਾਂ ਦੇ ਨਾਲ ਅਸੀਂ ਫਸਲ ਨੂੰ ਸੰਭਾਲ ਸਕਦੇ ਹਾਂ। ਜੀ ਸਰ। ਡਾਕਟਰ ਸਾਹਿਬ, ਇੱਕ ਹੋਰ ਵਹਿਮ ਜੋ ਕਿਸਾਨਾਂ ਦੇ ਵਿੱਚ ਪਾਇਆ ਜਾਂਦਾ ਹੈ ਕਿ ਜ਼ੈਂਥੋਮੋਨਾਸ ਜਾਂ ਫਿਰ ਜੋ ਵੀ ਬੈਕਟੀਰੀਆ ਹੈ, ਸਪੋਜ਼ ਕਰੋ ਆਪਾਂ ਸੂਡੋਮੋਨਾਸ ਦੀ ਗੱਲ ਕਰਦੇ ਹਾਂ, ਇਹਨੂੰ ਆਪਾਂ ਕਿਸੇ ਹੋਰ ਕੈਮੀਕਲ ਨਾਲ ਯੂਜ਼ ਨਹੀਂ ਕਰ ਸਕਦੇ, ਸ਼ਾਇਦ ਬੈਕਟੀਰੀਆ ਮਰ ਜਾਣਗੇ। ਆਪਾਂ ਇਹਨੂੰ ਕਿਸੇ ਨਿਊਟ੍ਰੀਐਂਟ ਵਾਲੀ ਸਪਰੇਅ ਜਿੱਦਾਂ ਕਿ ਜ਼ਿੰਕ, ਮੈਗਨੀਜ਼ ਵਗੈਰਾ ਯੂਜ਼ ਕਰਦੇ ਆ, ਉਹਨਾਂ ਨਾਲ ਨਹੀਂ ਕਰ ਸਕਦੇ। ਜਿਸ ਟਾਈਮ ਅਟੈਕ ਹੁੰਦਾ ਹੈ ਬਿਮਾਰੀ ਦਾ
ਆਪਾਂ ਮੰਨ ਕੇ ਚੱਲਦੇ ਹਾਂ ਅਗਸਤ ਦੇ ਆਸ-ਪਾਸ ਦੇ ਮਹੀਨਿਆਂ ਵਿੱਚ, ਉਸ ਸਮੇਂ ਵਾਈਟ ਫਲਾਈ ਦਾ ਵੀ ਅਟੈਕ ਹੁੰਦਾ ਹੈ, ਜੇਸੀਡ ਦਾ ਅਟੈਕ ਰਹਿੰਦਾ ਹੈ, ਥ੍ਰਿਪਸ ਦਾ ਰਹਿੰਦਾ ਹੈ, ਐਫਿਡਸ ਦਾ ਰਹਿੰਦਾ ਹੈ, ਜਾਂ ਫਿਰ ਆਪਾਂ ਨਿਊਟ੍ਰੀਐਂਟਸ ਲਈ ਫੋਲੀਅਰ ਸਪਰੇਅ ਬਹੁਤ ਦੇਣੀਆਂ ਹੁੰਦੀਆਂ। ਕੀ ਇਸ ਨੂੰ ਆਪਾਂ ਹੋਰ ਕਿਸੇ ਦਵਾਈ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹਾਂ ਜਾਂ ਇਕੱਲਾ ਕਰਨਾ ਚਾਹੀਦਾ ਹੈ? ਅਰਸ਼ਦੀਪ ਜੀ, ਇਹਦੇ ਵਿੱਚ ਜਿਹੜੀ ਮੁੱਖ ਚੀਜ਼ ਹੈ ਜੀ, ਸਭ ਤੋਂ ਜ਼ਿਆਦਾ ਲੋਕ ਇਹਦੇ ਵਿੱਚ ਅਕਸਰ ਸਾਡੇ ਕਿਸਾਨ ਵੀਰ ਕਨਫਿਊਜ਼ ਹੋ ਜਾਂਦੇ ਆ। ਮਾਰਕੀਟ ਦੇ ਵਿੱਚ ਬਹੁਤ ਸਾਰੇ ਵਹਿਮ ਇਸ ਤਰ੍ਹਾਂ ਦੇ ਫੈਲਾ ਦਿੱਤੇ ਜਾਂਦੇ ਆ, ਜਿਨ੍ਹਾਂ ਕਰਕੇ ਜੋ ਉਹਨਾਂ ਨੇ ਪਲਾਨ ਕੀਤਾ ਹੁੰਦਾ ਕਈ ਵਾਰੀ ਉਹ ਆਪਣੇ ਪਲਾਨ ਤੋਂ ਤਿਲਕ ਜਾਂਦੇ ਆ। ਜੀ ਸਰ। ਇਹਦੇ ਵਿੱਚ ਜਿਹੜੀ ਮੁੱਖ ਚੀਜ਼ ਹੈ, ਜਿਹੜੀ ਧਿਆਨ ਰੱਖਣ ਵਾਲੀ ਚੀਜ਼ ਆ, ਉਹ ਇਹ ਹੈ ਕਿ ਤੁਹਾਡੇ ਖੇਤ ਦੇ ਵਿੱਚ ਜੇਕਰ ਜ਼ੈਂਥੋਮੋਨਾਸ ਅਟੈਕ ਕਰਦਾ ਹੈ ਜੀ, ਤਾਂ ਉਹ ਇੱਕ ਬੈਕਟੀਰੀਆ ਹੈ। ਤੁਸੀਂ ਖੇਤ ਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟ ਔਰ ਬਹੁਤ ਸਾਰੇ ਸਕਿੰਗ ਪੈਸਟ ਵਾਲੇ ਔਰ ਕਈ ਵਾਰੀ ਸੁੰਡੀ ਵਾਲੇ ਵੀ ਪ੍ਰੋਡਕਟ ਆਪਾਂ ਯੂਜ਼ ਕਰਦੇ ਹਾਂ, ਉਦੋਂ ਤੱਕ ਜਾਂਦੇ ਸੁੰਡੀ ਵਾਲਾ ਇੱਕ ਦਾ ਪ੍ਰੋਡਕਟ ਯੂਜ਼ ਕਰਨਾ ਪੈਂਦਾ ਹੈ। ਜੀ ਸਰ। ਜੇਕਰ ਇਹ ਕੈਮੀਕਲ ਹਾਂਜੀ ਬੈਕਟੀਰੀਆ ਨੂੰ ਖਤਮ ਕਰ ਸਕਦੇ ਹੋਣ ਜੀ, ਤਾਂ ਜਿਹੜਾ ਤੁਹਾਡੇ ਖੇਤ ਦੇ ਵਿੱਚ ਮੌਜੂਦ ਜ਼ੈਂਥੋਮੋਨਾਸ ਹੈ, ਜਿਹਦੀ ਮੈਂ ਗੱਲ ਕਰੀ ਹੈ ਪਿਛਲੇ 2-3 ਸਾਲਾਂ ਤੋਂ ਲਗਾਤਾਰ ਤੁਹਾਡੇ ਫਸਲ ਹੈ ਜਿਹੜੀ ਉਹਦੀ ਲਾਟ ਨਿਕਲ ਜਾਂਦੀ ਹੈ, ਆਮ ਭਾਸ਼ਾ 'ਚ ਜਿਹਨੂੰ ਕਹਿ ਦਿੰਦੇ ਆ, ਉਹ ਕਾਬੂ 'ਚ ਕਿਉਂ ਨਹੀਂ ਆ ਰਹੀ? ਇੰਨੇ ਅਸੀਂ ਉੱਤੇ ਕੈਮੀਕਲ ਪਾ ਰਹੇ ਹਾਂ। ਇਹਦਾ ਸਿੱਧਾ ਮਤਲਬ ਇਹ ਹੈ ਕਿ ਜਿਹੜਾ ਬੈਕਟੀਰੀਆ ਹੈ ਉਸ ਦਾ ਇਹਨਾਂ ਕੈਮੀਕਲਾਂ ਨਾਲ ਕੋਈ ਸੰਬੰਧ ਨਹੀਂ ਹੈ। ਜੇਕਰ ਤੁਸੀਂ ਸੂਡੋਮੋਨਾਸ ਯੂਜ਼ ਕਰਨਾ ਹੈ ਤਾਂ ਤੁਸੀਂ ਉਸ ਦੇ ਵਿੱਚ 2,4 ਬ੍ਰੋਮੋ ਜਾਂ ਜਿਹੜਾ ਤੁਹਾਡਾ ਕਾਸੂਗਾਮਾਈਸਿਨ ਜਾਂ ਉਹਦੇ ਵਿੱਚ ਜਿਹੜਾ ਆਪਣਾ ਸਟ੍ਰੈਪਟੋਸਾਈਕਲਿਨ, ਇਸ ਤਰ੍ਹਾਂ ਦੇ ਜਿਹੜੇ ਐਂਟੀਬਾਇਓਟਿਕ ਹੈ ਉਹ ਮਿਕਸ ਨਹੀਂ ਕਰਨੇ। ਬਾਕੀ ਤੁਸੀਂ ਕਿਸੇ ਨਾਲ ਵੀ ਯੂਜ਼ ਕਰ ਸਕਦੇ ਹੋ, ਕਿਸੇ ਟਾਈਪ ਦੀ ਕੋਈ ਦਿੱਕਤ ਨਹੀਂ ਹੈ, ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ। ਤਾਂ ਡਾਕਟਰ ਸਾਹਿਬ ਦੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਇਨਸੈਕਟੀਸਾਈਡ ਦੇ ਨਾਲ ਇਸ ਨੂੰ ਯੂਜ਼ ਕਰ ਸਕਦੇ ਹੋ, ਫਰਟੀਲਾਈਜ਼ਰ ਵਾਲੇ ਕਿਸੇ ਵੀ ਸਪਰੇਅ ਨਾਲ ਯੂਜ਼ ਕਰੋ, ਕੋਈ ਨੁਕਸਾਨ ਨਹੀਂ ਹੋਏਗਾ। ਬਿਲਕੁਲ ਜੀ ਡਾਕਟਰ ਸਾਹਿਬ, ਐਸੇ ਤੋਂ ਹੀ ਅੱਗੇ ਚੱਲਦੇ ਹੋਏ ਆਪਾਂ ਆਉਣੇ ਆ ਵਾਪਸ ਉਸ ਵਾਲੀ। ਅੱਜ ਆਪਾਂ ਤਕਰੀਬਨ 15 ਅਪ੍ਰੈਲ ਦੇ ਆਸ-ਪਾਸ ਆ ਚੁੱਕੇ ਹਾਂ। ਕਿਸਾਨਾਂ ਨੇ ਜਾਂ ਤਾਂ ਕਣਕ ਵੱਢ ਲਈ ਹੈ ਜਾਂ ਵੱਢ ਰਹੇ ਹੈ। ਅਗਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਬਿਜਾਈ ਸ਼ੁਰੂ ਕਰ ਦੇਣੀ, ਜੋ ਕਿ ਨਰਮੇ ਦੀ ਹੈ। ਜੇ ਅੱਜ ਉਹ ਸੋਇਲ ਟੈਸਟਿੰਗ ਕਰਵਾਉਂਦੇ ਹੈ ਤਾਂ ਰਿਪੋਰਟ ਆਉਣ ਦੇ ਵਿੱਚ ਹਫ਼ਤੇ ਤੋਂ 10 ਦਿਨ ਦਾ ਸਮਾਂ ਲੱਗਦਾ ਹੈ। ਤਾਂ ਕਿਸਾਨ ਨੂੰ ਕੀ ਕਰਨਾ ਚਾਹੀਦਾ ਇਸ ਸਮੇਂ? ਜੋ ਸੋਇਲ ਐਪਲੀਕੇਸ਼ਨ ਦੇ ਵਿੱਚ ਬਿਜਾਈ ਦੇ ਸਮੇਂ ਪਾਉਣ ਵਾਲੇ ਨਿਊਟ੍ਰੀਐਂਟਸ ਹੈ, ਉਹਦੇ ਵਿੱਚੋਂ ਕੀ ਪਾ ਦੇਣੇ ਚਾਹੀਦੇ ਹੈ, ਜਾਂ ਫਿਰ ਕੁਝ ਇੱਕ ਨਿਊਟ੍ਰੀਐਂਟਸ ਅਜਿਹੇ ਹੈ ਜੋ ਕਿ ਰਿਪੋਰਟ ਆਉਣ ਤੋਂ ਬਾਅਦ ਕਰਨੇ ਚਾਹੀਦੇ ਹੈ? ਉਹਦੇ ਬਾਰੇ ਥੋੜਾ ਚਾਨਣਾ ਪਾਓ ਵੀ ਕਿਹੜੇ ਹੁਣ ਪਾਏ ਜਾਣ, ਕਿਹੜੇ ਬਾਅਦੋਂ ਆਪਾਂ ਛੱਡ ਸਕਦੇ ਹਾਂ। ਕਿਸਾਨ ਵੀਰੋ, ਜੇਕਰ ਤੁਸੀਂ ਅਜੇ ਤੱਕ ਰਿਪੋਰਟ ਨਹੀਂ ਕਰਵਾਈ, ਤੁਹਾਨੂੰ ਹੁਣ ਕਾਫੀ ਜ਼ਿਆਦਾ ਜਿੱਦਾਂ ਕਹਿੰਦੇ ਆ ਤੇਜ਼ੀ ਦਾ ਟਾਈਮ ਆਉਣ ਵਾਲਾ ਹੈ। ਤੁਸੀਂ ਬੜੀ ਕੁਇਕਲੀ ਕਣਕ ਵੱਢਣੀ ਹੈ, ਉਹਨੂੰ ਵੇਚਣਾ ਹੈ, ਤੂੜੀ ਬਣਾਉਣੀ ਹੈ, ਤੇ ਤੁਹਾਡੇ ਕੋਲ ਲਿਮਟਿਡ ਜਿਹਾ ਟਾਈਮ ਹੈ ਕਿ ਤੁਸੀਂ ਜਲਦੀ ਨਰਮੇ ਦੀ ਬਿਜਾਈ ਵੀ ਕਰਨੀ ਹੈ। ਤਾਂ ਅਜਿਹੇ ਵਿੱਚ ਜਿਹੜੇ ਤੁਹਾਡੇ ਬੇਸਿਕ ਮੇਨ ਨਿਊਟ੍ਰੀਐਂਟ ਹੈ, ਉਸ ਦੇ ਵਿੱਚ ਨਾਈਟ੍ਰੋਜਨ ਆ ਜਾਂਦੀ ਹੈ, ਫਾਸਫੋਰਸ ਆ ਜਾਂਦਾ ਹੈ, ਪੋਟਾਸ਼ ਆ ਜਾਂਦੀ ਹੈ। ਇਹਨਾਂ ਨੂੰ ਤੁਸੀਂ ਬਿਜਾਈ ਦੇ ਟਾਈਮ ਤੇ ਹੁਣ ਯੂਜ਼ ਕਰ ਸਕਦੇ ਹੋ। ਜੀ ਸਰ। ਇਹਨਾਂ ਦਾ ਸਮਾਂ ਬਿਜਾਈ ਦੇ ਨਾਲ ਹੀ ਤੁਸੀਂ ਇਹਨਾਂ ਨੂੰ ਯੂਜ਼ ਕਰਨ ਦਾ ਚੁਣ ਸਕਦੇ ਹੋ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਨਾ ਆਵੇ। ਡਾਕਟਰ ਸਾਹਿਬ, ਫਾਰਮਰ ਦੇ ਮਨ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਵਹਿਮ ਹੈ। ਯੂਨੀਵਰਸਿਟੀਜ਼ ਜਾਂ ਜ਼ਿਆਦਾਤਰ ਡਾਕਟਰਸ ਇਹ ਰਿਕਮੈਂਡ ਕਰਦੇ ਆ ਕਿ ਨਾਈਟ੍ਰੋਜਨ ਹੈ ਉਹ ਸੋਇਲ ਐਪਲੀਕੇਸ਼ਨ 'ਚ ਪਹਿਲਾਂ ਹੀ ਦੇ ਦੇਣਾ ਚਾਹੀਦਾ ਬਿਜਾਈ ਦੇ ਟਾਈਮ। 1/3 ਜਾਂ 1/4 ਰਿਕਮੈਂਡ ਕੀਤਾ ਜਾਂਦਾ ਹੈ। ਕਿਸਾਨ ਇਹ ਸੋਚਦਾ ਕਿ ਜੇ ਮੈਂ ਯੂਰੀਆ ਦਿੰਦਾ ਤਾਂ ਸ਼ਾਇਦ ਯੂਰੀਆ ਗਰਮ ਹੈ, ਇਹ ਪੌਦਿਆਂ ਨੂੰ ਨੁਕਸਾਨ ਕਰ ਸਕਦੀ ਹੈ, ਪੌਦੇ ਮੱਚ ਸਕੇ। ਅੱਗੇ ਜਿਹੜਾ ਸਮਾਂ ਆਉਣ ਵਾਲਾ ਹੈ ਥੋੜਾ ਡਰਾਈ ਰਹਿਣ ਵਾਲਾ ਹੈ, 30 ਤੋਂ 35 ਦਿਨਾਂ ਦਾ, ਜਾਂ ਫਿਰ ਬਹੁਤ ਜ਼ਿਆਦਾ ਗਰਮੀ ਹੋਣ ਵਾਲੀ ਹੈ। ਨਰਮਾ ਵੀ ਨਾ ਮੱਚੇ ਤੇ ਆਪਾਂ ਇਸ ਦੀ ਘਾਟ ਵੀ ਪੂਰੀ ਕਰੀਏ, ਇਹਦਾ ਕੋਈ ਸਾਧਨ? ਅਰਸ਼ਦੀਪ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਜੇਕਰ ਤੁਸੀਂ ਜ਼ਮੀਨ ਦੇ ਵਿੱਚ ਡਾਈਮੋਨੀਅਮ ਫਾਸਫੇਟ DAP ਯੂਜ਼ ਕਰਦੇ ਹੋ ਤਾਂ ਉਸ ਦੇ ਵਿੱਚ ਆਲਰੇਡੀ ਜਿਹੜੀ ਸ਼ੁਰੂਆਤੀ ਦੌਰ ਦੇ ਦੌਰਾਨ ਸਾਡੇ ਨਰਮੇ ਨੂੰ ਨਾਈਟ੍ਰੋਜਨ ਚਾਹੀਦੀ ਹੈ, ਉਹ ਇਸ ਦੇ ਵਿੱਚ ਮੌਜੂਦ ਹੁੰਦੀ ਹੈ। ਸੋ ਉਹਦੇ ਲਈ ਐਕਸਟਰਾ ਯੂਜ਼ ਕਰਨਾ ਸ਼ੁਰੂ ਦੇ ਵਿੱਚ ਕੋਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਨਹੀਂ ਹੋਊਗਾ। ਦੂਸਰੀ ਗੱਲ, ਜਿਹੜੀ ਮਿੱਟੀ ਰਿਪੋਰਟ ਦੀ ਗੱਲ ਕਰਦੇ ਆ, ਇੱਥੇ ਸਭ ਤੋਂ ਵੱਡਾ ਤੇ ਅਹਿਮ ਰੋਲ ਉਸੇ ਨੇ ਪਲੇ ਕਰਨਾ ਹੁੰਦਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਬਹੁਤ ਸਾਰੀਆਂ ਮਿੱਟੀਆਂ ਜ਼ਮੀਨਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿੱਥੇ ਬਿਲਕੁਲ ਹੀ ਨਾਈਟ੍ਰੋਜਨ ਦੀ ਜ਼ਰੂਤ ਨਹੀਂ ਪੈਂਦੀ। ਸਟਾਰਟਿੰਗ ਤੇ ਨਰਮਾ ਵਧੀਆ ਗਰੋਥ ਕਰਦਾ ਰਹਿੰਦਾ, ਪੱਠਿਆਂ ਵਾਲੇ ਖੇਤ ਹੁੰਦੇ ਆ, ਚੰਗੇ ਖੇਤ ਜਿਹਨੂੰ ਆਪਾਂ ਕਹਿ ਦਿੰਦੇ ਆ, ਬਹੁਤ ਸਾਰੇ ਤੁਹਾਡੇ ਹੁੰਦੇ ਆ, ਉੱਥੇ ਲੋਡ ਨਹੀਂ ਪੈਂਦੀ। ਇਹ ਜਿਹੜੀ ਮਿੱਟੀ ਦੀ ਪਰਖ ਹੈ, ਇਹ ਤੁਹਾਨੂੰ ਉਹਨੇ ਦੱਸਣਾ ਹੈ ਕਿ ਨਾਈਟ੍ਰੋਜਨ ਕਿੰਨੀ ਚਾਹੀਦੀ ਹੈ, ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ਚਾਹੀਦੀ। ਹਾਂ, ਇੱਕ ਵਾਰ ਅੱਜ ਦੀ ਤਰੀਕ ਦੇ ਵਿੱਚ ਜਿੱਦਾਂ ਤੁਸੀਂ ਪਿਛਲੇ ਸਾਲਾਂ 'ਚ ਕਰ ਰਹੇ ਹੋ, ਤਾਂ ਤੁਸੀਂ ਉੱਥੇ ਅਗਰ DAP ਯੂਜ਼ ਕਰਦੇ ਹੋ ਤਾਂ ਤੁਹਾਨੂੰ ਉਸ ਦੇ ਵਿੱਚ ਫਾਸਫੋਰਸ ਅਤੇ ਨਾਈਟ੍ਰੋਜਨ ਜਿੰਨੀ ਕਿ ਤੁਹਾਡੇ ਪੌਦਿਆਂ ਨੂੰ ਮੁੱਢਲੀ ਸਟੇਜ ਦੇ ਉੱਤੇ ਚਾਹੀਦੀ ਹੈ, ਉਹ ਇਸ ਨੇ ਅਵੇਲੇਬਲ ਕਰਵਾ ਦੇਣੀ ਹੈ। ਡਾਕਟਰ ਸਾਹਿਬ, ਫਾਰਮਰਸ ਦੇ ਮਨ ਵਿੱਚ ਇੱਕ ਹੋਰ ਵਿਚਾਰ ਆ ਰਿਹਾ ਹੈ ਕਿ ਯੂਨੀਵਰਸਿਟੀ ਕਹਿੰਦੀ ਹੈ ਕਿ ਤੁਸੀਂ ਨਾਈਟ੍ਰੋਜਨ ਫਿਕਸੇਸ਼ਨ ਬੈਕਟੀਰੀਆ ਪਾਓ, ਅਜ਼ੋਟੋਬੈਕਟਰ, ਅਸੀਟੋਬੈਕਟਰ, ਬਹੁਤ ਸਾਰੇ ਇਸ ਸੈਗਮੈਂਟ ਦੇ ਪ੍ਰੋਡਕਟਸ ਆ ਰਹੇ ਹੈ, ਬਾਜ਼ਾਰ ਦੇ ਵਿੱਚ ਅਲੱਗ-ਅਲੱਗ ਨਾਮ ਤੋਂ ਮਿਲ ਰਹੇ ਹੈ। ਕਿ ਜੇ ਇਹ ਯੂਜ਼ ਕੀਤਾ ਹੈ ਕੋਈ ਫਾਰਮਰ ਨੂੰ ਫਾਇਦਾ ਹੋਣ ਵਾਲਾ ਹੈ ਜਾਂ ਇਹ ਇੱਕ ਫਾਲਤੂ ਦਾ ਖਰਚ ਹੈ? ਜਿਸ ਤਰ੍ਹਾਂ ਅਰਸ਼ਦੀਪ ਜੀ, ਇਹਦੇ ਵਿੱਚ ਆਪਾਂ ਅਜ਼ੋਟੋਬੈਕਟਰ ਦੀ ਗੱਲ ਕਰਦੇ ਹਾਂ ਜੀ। ਜਿਹੜੀਆਂ ਜ਼ਮੀਨਾਂ ਦੇ ਵਿੱਚ ਫਾਰਮਰਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹੋ ਸਕਦਾ ਸਾਡੀ ਜ਼ਮੀਨ ਦੇ ਵਿੱਚ ਸਾਡੇ ਪੌਦੇ ਜਿਹੜੇ ਨਾਈਟ੍ਰੋਜਨ ਘੱਟ ਲੈ ਰਹੇ ਹੋਣ, ਪਰ ਸਾਨੂੰ ਮਿੱਟੀ ਪਰਖ ਦੀ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਹੈ,
ਤਾਂ ਤੁਸੀਂ ਉਸ ਦੇ ਵਿੱਚ ਅਜ਼ੋਟੋਬੈਕਟਰ ਯੂਜ਼ ਕਰ ਸਕਦੇ ਹੋ। ਅਜ਼ੋਟੋਬੈਕਟਰ ਇੱਕ ਇਸ ਤਰ੍ਹਾਂ ਦਾ ਬੈਕਟੀਰੀਆ ਹੁੰਦਾ ਜਿਹੜਾ ਹਵਾ 'ਚੋਂ ਨਾਈਟ੍ਰੋਜਨ ਫਿਕਸ ਕਰਕੇ ਤੁਹਾਡੀ ਜ਼ਮੀਨ ਦੇ ਵਿੱਚੋਂ ਜਮ੍ਹਾਂ ਕਰਦਾ ਰਹਿੰਦਾ ਹੈ। ਤੁਹਾਡੇ ਪੌਦੇ ਨੂੰ ਯੂਰੀਆ ਨਹੀਂ ਚਾਹੀਦੀ, ਤੁਹਾਡੇ ਪੌਦੇ ਨੂੰ ਨਾਈਟ੍ਰੋਜਨ ਚਾਹੀਦੀ ਹੈ। ਤੁਸੀਂ ਉਸ ਨੂੰ ਚਾਹੇ ਜਿੱਥੋਂ ਮਰਜ਼ੀ ਲਿਆ ਕੇ ਦਿਓ। ਜੇਕਰ ਤੁਸੀਂ ਅਜ਼ੋਟੋਬੈਕਟਰ ਬਿਜਾਈ ਦੇ ਦੌਰਾਨ ਯੂਜ਼ ਕਰਦੇ ਹੋ ਜੀ, ਤਾਂ ਇਹ ਜ਼ਮੀਨ ਦੇ ਵਿੱਚ ਹੌਲੀ ਹੌਲੀ ਨਾਈਟ੍ਰੋਜਨ ਨੂੰ ਉਨੀ ਕੁ ਮਾਤਰਾ 'ਚ ਫਿਕਸ ਕਰਦਾ ਰਹਿੰਦਾ ਹੈ ਕਿ ਤੁਹਾਡੇ ਪੌਦੇ ਵਧੀਆ ਗਰੋਥ ਕਰਨਗੇ। ਔਰ ਦੂਸਰਾ, ਜਿਹੜੇ ਸਾਡੇ ਕਿਸਾਨ ਇਹ ਸੋਚਦੇ ਆ ਕਿ ਅੱਗੇ ਆਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦਾ ਗਰਮੀ ਪੈਣ ਵਾਲੀ ਹੈ, ਕਿਤੇ ਸਾਡੇ ਬੂਟੇ ਯੂਰੀਆ ਪਾਇਆ ਮੱਚਣੇ ਨਾ ਸ਼ੁਰੂ ਹੋ ਜਾਣ, ਤਾਂ ਅਜ਼ੋਟੋਬੈਕਟਰ ਅਜਿਹਾ ਕੋਈ ਨੁਕਸਾਨ ਨਹੀਂ ਕਰਦਾ। ਇਹ ਜ਼ਮੀਨ ਨੂੰ ਭੁਰਭੁਰੀ ਬਣਾਉਂਦਾ ਹੈ, ਜ਼ਮੀਨ ਨੂੰ ਠੰਡਾ ਰੱਖਦਾ ਹੈ ਅਤੇ ਨਾਲ ਹੀ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਨੂੰ ਫਿਕਸ ਕਰਦਾ ਰਹਿੰਦਾ ਹੈ, ਤਾਂ ਪੌਦਾ ਵਧੀਆ ਗਰੋਥ ਕਰਦਾ ਹੈ। ਤਾਂ ਕਿਸਾਨ ਵੀਰੋ, ਅੱਜ ਆਪਾਂ ਡਾਕਟਰ ਸਾਹਿਬ ਤੋਂ ਜਾਣਿਆ ਕਿ ਜ਼ਮੀਨ ਦੀ ਜਿਹੜੀ ਜਾਂਚ ਹੈ ਉਸ ਦੀ ਕੀ ਮਹੱਤਤਾ ਹੈ, ਕੀ ਉਸ ਦੇ ਫਾਇਦੇ ਹੈ, ਜ਼ਮੀਨ ਦੀ ਜਾਂਚ ਨਾ ਹੋਣ ਦੇ ਕੀ ਨੁਕਸਾਨ ਹੁੰਦੇ ਹੈ। ਡਾਕਟਰ ਸਾਹਿਬ, ਜਾਂਦੇ ਜਾਂਦੇ ਕਿਸਾਨਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸੋਇਲ ਟੈਸਟਿੰਗ ਜਾਂ ਹੋਰ ਕਿਸੇ ਵੀ ਪ੍ਰੈਕਟਿਸ ਦੇ ਰਿਗਾਰਡਿੰਗ? ਕਿਸਾਨ ਵੀਰੋ, ਮੇਰੀ ਤੁਹਾਡੇ ਸਾਰਿਆਂ ਅੱਗੇ ਹੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜੀ ਸਾਡੀ ਜ਼ਮੀਨ ਹੈ ਇਹ ਸਾਡੀ ਮਾਂ ਹੈ। ਅਸੀਂ ਜੋ ਵੀ ਫਸਲ ਲੈਣੀ ਹੈ ਉਹ ਸਾਡੀ ਜ਼ਮੀਨ ਦੇ ਨਾਲ ਹੀ ਜੁੜੀ ਹੋਣੀ ਹੈ, ਤਾਂ ਸਾਨੂੰ ਉਸ ਦੀ ਪ੍ਰੋਪਰ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਕੀ ਕਰ ਰਹੇ ਹਾਂ ਅੱਜ ਦੀ ਤਰੀਕ ਦੇ ਵਿੱਚ? ਅਸੀਂ ਇੱਕ ਪਲਾਨ ਬਣਾਇਆ ਹੋਇਆ ਹੈ ਕਿ ਅਸੀਂ 3 ਗੱਟੇ ਯੂਰੀਆ ਦੇ ਪਾਵਾਂਗੇ। ਉਹ ਚਾਹੇ ਚੰਗਾ ਖੇਤ ਹੈ, ਚਾਹੇ ਮਾੜਾ ਖੇਤ ਹੈ, ਚਾਹੇ ਦਰਮਿਆਨਾ ਖੇਤ, ਅਸੀਂ ਉਹ 3 ਹੀ ਪਾਉਣੇ ਹੈ। ਇਸ ਦੇ ਨਾਲ ਕੀ ਹੋ ਰਿਹਾ ਹੈ ਕਿ ਸਾਡਾ ਜੇਬ ਦਾ ਜਿਹੜਾ ਨੁਕਸਾਨ ਹੋ ਰਿਹਾ ਤੇ ਨਾਲ ਹੀ ਸਾਡੇ ਪੌਦਿਆਂ ਨੂੰ ਪ੍ਰੋਪਰ ਖੁਰਾਕ ਨਹੀਂ ਮਿਲ ਰਹੀ। ਹੋ ਸਕਦਾ ਜਿੱਥੇ ਤੁਸੀਂ 3 ਬੈਗ ਯੂਰੀਆ ਦੇ ਪਾ ਰਹੇ ਹੋ, ਤੁਹਾਡੀ ਜ਼ਮੀਨ ਦੇ ਵਿੱਚ ਇਦਾਂ ਦੀ ਨਾਈਟ੍ਰੋਜਨ ਮੌਜੂਦ ਹੋਵੇ ਪਹਿਲਾਂ ਹੀ ਕਿ ਤੁਹਾਨੂੰ ਉੱਥੇ 1.5 ਬੈਗ ਨਾਲ ਸਰਦਾ ਹੋਵੇ, ਤੇ ਉਹਦੀ ਥਾਂ ਤੇ ਤੁਹਾਨੂੰ ਜ਼ਿੰਕ ਜਾਂ ਕਿਸੇ ਹੋਰ ਨਿਊਟ੍ਰੀਐਂਟ ਦੀ ਲੋੜ ਹੋਵੇ, ਤਾਂ ਅਸੀਂ ਉਹਨਾਂ ਪੈਸਿਆਂ ਨਾਲ ਉਸ ਨੂੰ ਐਡ ਕਰਾਂਗੇ। ਤਾਂ ਉਸ ਦੇ ਸਾਨੂੰ 2 ਫਾਇਦੇ ਹੋਣਗੇ। ਇੱਕ, ਸਾਡਾ ਫਸਲ ਹੈ ਜਿਹੜੀ ਉਹ ਚੰਗੀ ਹੋਊਗੀ, ਬਿਮਾਰੀਆਂ ਦੇ ਲੜਨ ਦੇ ਪ੍ਰਤੀ ਉਹ ਜ਼ਿਆਦਾ ਮਜ਼ਬੂਤ ਹੋਊਗੀ। ਦੂਸਰਾ, ਸਾਡੀ ਜੇਬ ਦੇ ਵਿੱਚ ਫालतू ਖਰਚਾ ਜਿਹੜਾ ਸਾਡੀ ਜੇਬ ਦੇ ਉੱਤੇ ਨਹੀਂ ਪਊਗਾ, ਝਾੜ ਵੀ ਸਾਡਾ ਵਧੂਗਾ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਜ਼ਮੀਨ ਨੂੰ ਖਰਾਬ ਕਰਨ ਦੀ ਦਰ ਹੈ ਉਸ ਨੂੰ ਅਸੀਂ ਹੌਲੀ ਘਟਾਉਣਾ ਸ਼ੁਰੂ ਕਰ ਦਿਆਂਗੇ। ਬਿਲਕੁਲ ਅਰਸ਼ਦੀਪ ਜੀ, ਸਾਦੀ ਜੀ ਗੱਲ ਹੈ ਕਿ ਅਸੀਂ ਡਾਕਟਰ ਕੋਲੇ ਜਾਂਦੇ ਹਾਂ ਕਿਸੇ ਕੋਲੇ ਦਵਾਈ ਲੈਣ, ਤਾਂ ਆਮ ਤੌਰ ਤੇ ਪ੍ਰਚਲਿਤ ਹੈ ਕਿ ਕੁਝ ਵੀ ਹੋ ਰਿਹਾ ਉਸ ਦੇ 1 ਐਂਟੀਬਾਇਓਟਿਕ ਦੇ ਦਿਓ ਜੀ, ਠੀਕ ਹੈ, ਇੱਕ ਨਾਲ ਬੁਖਾਰ ਵਾਲਾ ਕੈਪਸੂਲ ਦੇ ਦਿਓ, ਇੱਕ ਦਰਦ ਵਾਲਾ ਦੇ ਦਿਓ, ਕੋਈ ਨਾ ਕੋਈ ਤਾਂ ਸੈੱਟ ਆ ਹੀ ਜਾਣਾ। ਆਮ ਤੌਰ ਤੇ ਆਪਣੇ ਪਿੰਡਾਂ 'ਚ ਇਹ ਚੱਲਦਾ ਹੈ। ਬਟ ਜੇਕਰ ਤੁਸੀਂ ਕਿਸੇ ਚੰਗੇ ਹਸਪਤਾਲ 'ਚ ਵਧੀਆ ਤਰੀਕੇ ਨਾਲ ਦਵਾਈ ਲੈਂਦੇ ਹੋ ਤਾਂ ਉਹ ਪ੍ਰੋਪਰ ਤੁਹਾਡੇ ਸਰੀਰ ਨੂੰ ਚੈੱਕ ਕਰਨਗੇ, ਜਿਹੜੀ ਲੋੜ ਆ ਉਹੀ ਦੇਣਗੇ। ਤਾਂ ਸਾਨੂੰ ਵੀ ਆਪਣੀ ਜ਼ਮੀਨ ਨੂੰ ਉਸੇ ਹੀ ਲੈਵਲ ਦੇ ਉੱਤੇ ਸਮਝਣਾ ਪਊਗਾ, ਜਿਹੜੇ ਤੱਤਾਂ ਦੀ ਜਿੰਨੀ ਕੁ ਲੋੜ ਹੈ ਅਸੀਂ ਉਨਾ ਹੀ ਵਰਤੀਏ, ਤਾਂ ਕਿ ਫालतू ਤੱਤ ਜਿਹੜਾ ਕਿ ਸਾਡੀ ਜੇਬ ਨੂੰ ਵੀ ਖਰਾਬ ਕਰਦਾ ਹੈ, ਸਾਡੀ ਜ਼ਮੀਨ ਨੂੰ ਵੀ ਖਰਾਬ ਕਰਦਾ ਹੈ, ਉਸ ਤੋਂ ਅਸੀਂ ਪਰਹੇਜ਼ ਕਰ ਸਕੀਏ। ਤਾਂ ਡਾਕਟਰ ਸਾਹਿਬ, ਤੁਸੀਂ ਅੱਜ ਸਾਡੇ ਸ਼ੋਅ ਲਈ ਬਹੁਤ ਸਮਾਂ ਕੱਢਿਆ ਤੇ ਤੁਹਾਡੇ ਕੀਮਤੀ ਸਮੇਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਾਰਿਆਂ ਦਾ। ਅਰਸ਼ਦੀਪ ਜੀ, ਬਹੁਤ ਧੰਨਵਾਦ। ਥੈਂਕ ਯੂ।